चमकौर वो कुर्सियां बिल्डिंगां लाउणियां सी, तू प्रेस दियां हैं। चलो फिर इन्हां दी मर्जी हुण आपां। अच्छा इन्हां तो फिर आपां कुछ नहीं कर सकते, ये तो मर्जी दे मालक फौजां। आ गए सारे बहुत आ गए वैसे तो। करिए शुरू करना थोड़ा नेड़े करिए शुरू, फिर सैट है काम। खबरां तो भावें पंजाब दे विच पंजाब विरोधी होर भी बहुत ने। दो अज जिहड़े एजेंडे जिहदे खातर तुहानूं खिचल दित्ती है, दो मेन, एक सीधे तो सीधा बठिंडे नाल संबंधित है, गुरु नानक देव जी महाराज के नाम से बनया हुआ थर्मल प्लांट नाल। एक हैगा जिहड़ा इन्हां ने इरीगेशन डिपार्टमेंट ते मैनेजमेंट डिपार्टमेंट इकट्ठा कीता है। इकट्ठे बारे सानूं नहीं है, वो सरकार दीयां पालिसियां हुंदियां करन ना करन। उत्थे इन्हां ने कहा सरकार ने कि 8400 बंदे नूं असीं नौकरी चों हटावांगे, कढांगे नौकरी दे विचों। ये दो एजेंडिਆਂ ते आपां अज गल करनी हैगी। गुरु नानक देव जी महाराज के नाम से बनया थर्मल प्लांट जिहड़ा 1969 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਸੀ। 74 ਚ ਪਹਿਲਾ ਜੂਨਟ ਚੱਲ ਪਿਆ ਸੀ, ਫਿਰ ਥੋੜੇ ਥੋੜੇ ਸਮੇਂ ਬਾਅਦ 4 ਜੂਨ ਤੋਂ ਚੱਲੇ ਤੇ ਅੱਜ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਸੀਂ ਮਨਾ ਰਹੇ ਹਾਂ। ਜਿਹੜੀ ਖੁਸ਼ੀ ਸਾਨੂੰ ਪ੍ਰਾਪਤ ਹੋਈ ਸੀ 1969 ਦੇ ਵਿੱਚ ਬਠਿੰਡੇ ਦੀ ਲਾਈਫ ਲਾਈਨ ਬਣਿਆ ਸੀ ਇਹ ਥਰਮਲ ਪਲਾਂਟ, ਜਿਹਦੇ ਕਰਕੇ ਉਦੋਂ ਬਾਅਦ ਹੀ ਸਾਰੀ ਬਠਿੰਡੇ ਦੀ ਤਰੱਕੀ ਹੋਈ। ਬਹੁਤ ਵੱਡਾ ਬਿਜਲੀ ਦੇ ਵਿੱਚ ਰਾਹਤ ਦਿੱਤੀ ਸੀ ਸਾਨੂੰ ਇਸ ਥਰਮਲ ਪਲਾਂਟ ਨੇ। ਹਜ਼ਾਰਾਂ ਲੋਕਾਂ ਨੂੰ ਬਠਿੰਡੇ ਦੇ ਨੂੰ ਆਲੇ ਦੁਆਲੇ ਦਿਆਂ ਨੂੰ ਬਠਿੰਡੇ ਦਿਆਂ ਨੂੰ ਰੁਜ਼ਗਾਰ ਮਿਲਿਆ ਸੀ ਇੱਥੇ। ਤੇ ਇੱਕ ਬਠਿੰਡੇ ਦੀ ਸ਼ਾਨ ਬਣ ਕੇ ਥਰਮਲ ਪਲਾਂਟ, ਜਿਵੇਂ ਪਹਿਲਾਂ ਕਿਲਾ ਮਸ਼ਹੂਰ ਹੁੰਦਾ ਬਠਿੰਡੇ ਦਾ, ਕਿਲਾ ਬਹੁਤ ਉੱਚਾ ਸੀ, ਸ਼ਹਿਰ ਤੋਂ ਦੂਰੋਂ ਹੀ ਦਿਸਦਾ ਸੀ। ਇਵੇਂ ਚਿਮਨੀਆਂ ਜਦੋਂ ਇੱਧਰੋਂ ਆਉਂਦੇ ਆ, ਸਾਰਾ ਫਰੀਦਕੋਟ ਬੰਨਿਓ, ਫਿਰੋਜ਼ਪੁਰ ਬੰਨਿਓ, ਮੋਗੇ ਬੰਨਿਓ, ਬਠਿੰਡੇ ਸਾਰਾ ਇਸ ਏਰੀਏ ਤੋਂ ਬਰਨਾਲੇ ਬੰਨਿਓ, ਉਦੋਂ ਚਿਮਨੀਆਂ ਦੂਰੋਂ ਹੀ ਦਿਖਦੀਆਂ ਨੇ ਤੇ ਬੜਾ ਸੋਹਣਾ ਲੱਗਦਾ। ਸੋ ਰੁਜ਼ਗਾਰ ਬੜਾ ਦਿੱਤਾ, ਬਿਜਲੀ ਬੜੀ ਪੈਦਾ ਕੀਤੀ, ਇੰਡਸਟਰੀ ਲਿਆਂਦੀ, ਫਰਟੀਲਾਈਜ਼ਰ ਆਈ, ਇਹਦੇ ਨਾਲ ਹੀ ਬਹੁਤ ਵੱਡਾ ਕਾਰਖਾਨਾ, ਹੋਰ ਬੜੀ ਇੰਡਸਟਰੀ ਲੱਗੀ ਬਠਿੰਡੇ 'ਚ। ਸੋ ਬੜੇ ਹੀ ਇਹਨੇ ਥਰਮਲ ਪਲਾਂਟ ਨੇ ਬਠਿੰਡੇ ਦੇ ਜਿਹੜੀ ਰੂਪ ਰੇਖਾ ਸੀ ਉਹਨੂੰ ਬਦਲਿਆ। ਜਿਹੜੇ ਬਠਿੰਡੇ 'ਚ ਕੋਈ ਆਉਣਾ ਨਹੀਂ ਸੀ ਚਾਹੁੰਦਾ ਹੁੰਦਾ, ਪਹਿਲਾਂ ਟਿੱਬਿਆਂ ਵਾਲਾ ਬਠਿੰਡਾ ਕਿਹਾ ਜਾਂਦਾ ਸੀ, ਫਿਰ ਇਹ ਸਥਿਤੀ ਪੈਦਾ ਹੋ ਗਈ ਅੱਜ ਤੱਕ ਕਿ ਕੋਈ ਬੰਦਾ ਹੁਣ ਜਿਹੜਾ ਅਫਸਰ ਬਾਹਰੋਂ ਆ ਜਾਂਦਾ ਇੱਥੋਂ ਮੁੜ ਕੇ ਜਾਂਦਾ ਨਹੀਂ ਹੈਗਾ। ਇਹ ਥਰਮਲ ਪਲਾਂਟ ਨੇ ਇੰਨੀਆਂ ਬਠਿੰਡੇ ਦੀ ਤਰੱਕੀ ਕਰਾਈ, ਇੰਨਾ ਵਧੀਆ ਸਾਰਾ ਕੁਝ ਹੋਇਆ। ਸੋ ਉਸ ਥਰਮਲ ਪਲਾਂਟ ਨੂੰ ਸਰਕਾਰ ਨੇ ਪਤਾ ਨਹੀਂ ਕਿਉਂ ਵੋਟਾਂ ਤੋਂ ਪਹਿਲਾਂ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਵਾਅਦਾ ਕੀਤਾ ਕਿ ਇਹ ਥਰਮਲ ਪਲਾਂਟ ਅਸੀਂ ਚਲਾਵਾਂਗੇ। ਸਾਡੇ ਖਜ਼ਾਨਾ ਮੰਤਰੀ ਜੀ ਵੀ ਬਾਰ-ਬਾਰ ਜਦੋਂ ਭਾਸ਼ਣ ਦਿੰਦੇ ਸੀਗੇ ਇੱਥੇ ਇਲੈਕਸ਼ਨ ਦੇ ਵਿੱਚ, ਉਦੋਂ ਇੱਥੋਂ ਤੱਕ ਬੋਲਦੇ ਸੀ ਕਿ ਮੇਰੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਜਦੋਂ ਮੈਂ ਚਿਮਨੀਆਂ ਕੋਲ ਦੀ ਲੰਘਦਾ ਹਾਂ, ਤੇ ਜਦੋਂ ਮੈਂ ਸਰਕਾਰ ਬਣ ਗਈ ਬਸ ਮੈਂ ਪਹਿਲਾਂ ਹੀ ਚਿਮਨੀਆਂ ਦਾ ਧੂੰਆਂ ਕੱਢਾਂਗੇ। ਹੁਣ ਧੂੰਆਂ ਤਾਂ ਉਸ ਲੋਟ ਕੀ ਕੱਢਣਾ ਸੀ, ਮੈਨੂੰ ਲੱਗਦਾ ਥਰਮਲ ਦਾ ਧੂੰਆਂ ਹੀ ਕੱਢਤਾ, ਚਿਮਨੀਆਂ 'ਚ ਤਾਂ ਕੀ ਨਿਕਲਣਾ ਸੀ। ਸੋ ਬੈਠਦੇ ਹੀ ਪਹਿਲੇ ਫੈਸਲੇ ਕਰਤੇ ਬੰਦ ਕਰਨ ਦੇ ਥਰਮਲ ਪਲਾਂਟ ਨੂੰ। ਹੁਣ ਕੱਲ੍ਹ ਇੱਕ ਨਵਾਂ ਟੈਂਡਰ ਆ ਗਿਆ, ਅਖਬਾਰਾਂ ਦੇ ਵਿੱਚ ਦੇਤਾ, ਉਹਦੇ 'ਚ 132 ਕਰੋੜ ਰੁਪਈਆ ਇਹਨਾਂ ਨੇ ਢਾਉਣ ਦਾ, ਵੀ ਇਹਦੀ ਢਾਈ ਕਰਕੇ ਵੀ ਇਹਨੂੰ ਸਾਫ਼ ਕਰ ਦਿਓ ਸਾਰੇ, ਪਤਾ ਹੀ ਨਾ ਲੱਗੇ ਵੀ ਇੱਥੇ ਥਰਮਲ ਸੀਗਾ, ਕਦੇ ਬਣਿਆ ਸੀ ਕਿ ਨਹੀਂ, ਜਮਾਂ ਹੀ ਮੁਕਾ ਦਿਓ ਕੰਮ। ਸੋ ਉਸ ਦੇ ਵਾਸਤੇ ਬਹੁਤ ਹੀ ਨਿੰਦਣੀ ਗੱਲ ਹੈ ਇਹ। ਸਰਕਾਰ ਆਪਣੀ ਕਹਿਣੀ ਤੇ ਕਰਨੀ ਦੇ ਬਿਲਕੁਲ ਉਲਟ ਚੱਲ ਗਈ ਹੈ। ਪਹਿਲਾਂ ਅਸੀਂ ਇਹਨੂੰ ਚਲਾਉਣਾ ਚਾਹੀਦਾ ਸੀ, ਜੇ ਵਾਅਦਾ ਕੀਤਾ ਸੀ, ਕਿਉਂਕਿ 25-26 ਕਰੋੜ ਰੁਪਈਆ ਤੇ ਇਹਦੀ ਰੈਨੋਵੇਟ ਤੇ ਲੱਗ ਗਿਆ ਸੀ। ਸਾਰੀਆਂ ਟੈਕਨੀਕਲ ਕਮੇਟੀਆਂ ਦੀਆਂ ਰਿਪੋਰਟਾਂ ਨੇ ਕਿ ਇਹ 30 ਤੱਕ ਚੱਲ ਸਕਦਾ ਹੈ। ਫਿਰ ਪਿੱਛੇ ਜੇ ਸਾਰੇ ਇਹਨਾਂ ਨੇ ਸਰਵੇ ਕਰਾਏ, ਉਹਨਾਂ ਨੇ ਕਿਹਾ ਪਰਾਲੀ ਤੇ ਵੀ ਇਹ ਚੱਲ ਸਕਦਾ, ਬਹੁਤ ਵਧੀਆ ਇੱਕ ਯੂਨਿਟ, ਇਹਦੇ ਤੇ ਸੋਲਰ ਤੇ ਵੀ ਇੱਥੇ ਕੰਮ ਲਿਆ ਜਾ ਸਕਦਾ। ਸੋ ਸਾਰੀਆਂ ਗੱਲਾਂ ਨੂੰ ਸਰਕਾਰ ਨੇ ਦਰਕਨਾਰ ਕਰਕੇ ਇਹਨੂੰ ਢਾਉਣ ਦਾ ਫੈਸਲਾ ਕਰ ਲਿਆ। ਮੈਂ ਸਮਝਦਾ ਕਿਉਂਕਿ ਸਰਕਾਰ ਨੂੰ ਢਾਉਣ 'ਚ ਤੇ ਜ਼ਮੀਨ ਵੇਚ ਕੇ ਪਲਾਟ ਵੇਚਣ 'ਚ ਜ਼ਿਆਦਾ ਫਾਇਦਾ ਹੈ। ਥਰਮਲ ਚੱਲਣ 'ਚ ਸਰਕਾਰ ਨੂੰ ਕੋਈ ਫਾਇਦਾ ਨਹੀਂ ਹੈਗਾ। ਥਰਮਲ ਚੱਲਣ 'ਚ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੈ, ਥਰਮਲ ਨੂੰ ਢਾਉਣ ਤੇ ਪਲਾਟ ਵੇਚਣ 'ਚ ਸਰਕਾਰ, ਮੌਜੂਦਾ ਸਰਕਾਰ ਨੂੰ ਫਾਇਦਾ ਹੈ। ਸਰਕਾਰ ਉਹ ਕੰਮ ਕਰ ਰਹੀ ਹੈ ਜਿਹੜਾ ਇਹਨਾਂ ਨੂੰ ਆਪਣਾ ਪਰਸਨਲੀ ਫਾਇਦਾ ਹੈ, ਜਿਹੜਾ ਲੋਕਾਂ ਦਾ ਫਾਇਦਾ ਉਹ ਤੋਂ ਸਰਕਾਰ ਸਾਰੀ ਗੱਲ ਤੋਂ ਭੱਜ ਗਈ ਹੈ। ਸੋ ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਇਹਦੇ ਖਿਲਾਫ ਜੋ ਵੀ ਹੁਣ ਇਹ ਬਹਾਨਾ ਬਣ ਗਿਆ ਇਹਨਾਂ ਨੂੰ ਕੋਵਿਡ ਦਾ ਕਿ ਕੋਈ ਕਰ ਲਓ ਕੰਮ, ਮੁਜ਼ਾਹਰਾ ਤਾਂ ਕੋਈ ਕਰ ਨਹੀਂ ਸਕਦਾ, ਹੁਣ ਦੱਬ ਦਿਓ ਟੱਟੂ ਸਾਰਾ ਕੰਮ ਕਰਾ, ਹੁਣ ਇੱਕਦਮ ਹੀ ਘੜੀਸ ਦਿਓ ਕੰਮ ਸਾਰਾ। ਸੋ ਭਾਵੇਂ ਫਿਰ ਜੇ ਇਹ ਗਲਤ ਪਾਸੇ ਤੁਰਨਗੇ, ਭਾਵੇਂ ਕੋਵਿਡ ਆ ਭਾਵੇਂ ਕੁਛ ਹੈ, ਅਕਾਲੀ ਦਲ ਇਸ ਗੱਲ ਤੋਂ ਪਿੱਛੇ ਨਹੀਂ ਹਟੇਗਾ ਕਦੇ ਵੀ ਕਿ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਉਹ ਹੁਣ ਆਪਦੀ ਇਹਨੂੰ ਚਲਾਉਣਾ ਚਾਹੀਦਾ। ਬਹੁਤ ਵੱਡੀ ਸਮੱਸਿਆ ਸਾਡੀ ਪਰਾਲੀ ਦੀ ਹੱਲ ਹੋ ਜਾਂਦੀ ਹੈ 10-12 ਜ਼ਿਲ੍ਹਿਆਂ ਦੀ ਜੇ ਇੱਕ ਯੂਨਿਟ ਵੀ ਚਲਾ ਦੇਣ, ਇੱਕ ਹੀ ਸਿਰਫ, ਤੇ ਖਰਚਾ ਕਿੰਨਾ ਹੈ? ਸਿਰਫ 300 ਕਰੋੜ।
300 ਕਰੋੜ ਰੁਪਇਆ ਖਰਚ ਕਰਕੇ ਜੇ 12-13 ਜ਼ਿਲ੍ਹਿਆਂ ਦੀ ਪਰਾਲੀ ਦੀ ਸਮੱਸਿਆ ਸਦਾ ਲਈ ਖਤਮ ਹੁੰਦੀ ਹੈ ਸਾਡੀ, ਕਿੰਨਾ ਵੱਡਾ ਪ੍ਰਦੂਸ਼ਣ ਠੀਕ ਹੁੰਦਾ, ਤੇ ਫਿਰ ਕੀ ਮਹਿੰਗਾ ਸੌਦਾ ਇਹ ਹੈਗਾ ਸਰਕਾਰ ਵਾਸਤੇ। ਸੋ ਇੱਕ ਤਾਂ ਇਹ ਅਸੀਂ ਗੱਲ ਦੀ ਫਿਰ ਇੱਕ ਵਾਰ ਦੱਬ ਕੇ ਨਿੰਦਿਆ ਕਰਦੇ, ਗਲਤ ਹੈ, ਧੱਕਾ ਹੈ। 550 ਸਾਲਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਤੋਹਫਾ ਦੇਣ ਲੱਗੇ ਆ ਲੋਕਾਂ ਨੂੰ, ਜਿਹੜੀ ਕਿ ਬਹੁਤ ਨਿੰਦਣੀ ਗੱਲ ਹੈ, ਘਟੀਆ ਗੱਲ ਹੈ ਸਰਕਾਰ ਦੀ। ਦੂਜਾ, ਅੱਜ ਨੌਕਰੀਆਂ ਪਹਿਲਾਂ ਹੀ ਬਹੁਤ ਜਾ ਚੁੱਕੀਆਂ, ਉਸ ਕਰਕੇ ਨੌਕਰੀਆਂ ਕਿੰਨੀਆਂ ਹੀ ਖਤਮ ਹੋ ਗਈਆਂ। ਸਰਕਾਰ ਨੇ 3.5 ਸਾਲ ਹੋ ਗਏ ਬੰਦਾ ਕੋਈ ਭਰਤੀ ਕੀਤਾ ਨਹੀਂ, ਕਹਿ ਛੱਡਦੇ ਅਸੀਂ ਆਹ ਕਰਾਂਗੇ ਵਾਹ ਕਰਾਂਗੇ, ਕੀਤਾ ਕੋਈ ਨਹੀਂ। ਪਰ ਹੁਣ ਆ ਜਿਹੜੇ 2 ਮਹਿਕਮੇ ਇਕੱਠੇ ਕਰਕੇ ਉਹਦੇ 'ਚ 8400 ਬੰਦੇ ਦਾ ਆ ਗਿਆ ਕਿ ਅਸੀਂ ਕੱਢ ਰਹੇ ਹਾਂ ਨੌਕਰੀ ਦੇ ਵਿੱਚੋਂ। ਸੋ ਦੇਣੀਆਂ ਤਾਂ ਇੱਕ ਪਾਸੇ ਰਹੀਆਂ, ਕਹਿੰਦੇ ਸੀ ਬੜੀਆਂ ਨੌਕਰੀਆਂ ਦੇ ਘਰ ਨੌਕਰੀ ਦੇਵਾਂਗੇ। ਹੁਣ ਆਹ ਘਰ ਨੌਕਰੀ ਹੈ ਤੇ ਘਰ ਨੌਕਰੀ ਕੱਢੇ ਵਾਲਿਆਂ ਦੀ ਹੋ ਜੂਗੀ, ਜਿਹੜੇ ਸਰਕਾਰ 'ਚੋਂ ਕੱਢਿਆ ਉਹ ਬੰਦਾ 8400 ਘਰਾਂ 'ਚ ਤਾਂ ਦੀਵੇ ਅੱਜ ਹੀ ਬੁੱਝ ਜਾਣਗੇ। ਸੋ ਇਹਦੀ ਵੀ ਅਸੀਂ ਪੂਰੀ ਨਿੰਦਿਆ ਕਰਦੇ ਹਾਂ। ਬਹੁਤ ਧੱਕਾ ਸਰਕਾਰ ਦਾ, ਕਿਸੇ ਮੁਲਾਜ਼ਮ ਨੂੰ ਕੱਢਿਆ ਨਹੀਂ ਜਾਣਾ ਚਾਹੀਦਾ। ਜਿੱਥੇ ਮਰਜ਼ੀ ਘੱਟ ਆ ਉੱਥੇ ਕਪਾਲ, ਜਿੱਥੇ ਹੋਰ ਮਹਿਕਮੇ ਤੋੜਾ ਉੱਥੇ ਭੇਜ ਦੇਣ ਜੇ ਇੱਥੇ ਵਾਧੂ ਆ ਤਾਂ। ਪਰ ਸਰਕਾਰ 'ਚੋਂ ਕਿਸੇ ਵੀ ਮੁਲਾਜ਼ਮ ਨੂੰ ਇਸ ਬਹਾਨੇ ਕੱਢਿਆ ਨਹੀਂ ਜਾਣਾ ਚਾਹੀਦਾ। ਤਾਂ ਬਿਲਕੁਲ ਸਾਰੀਆਂ ਆਪਦੀਆਂ ਪਾਲਿਸੀਆਂ ਦੇ ਟੋਟਲੀ ਉਲਟ ਚਲੇ ਗਏ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਲੇ ਗਏ, ਘਰ ਨੌਕਰੀ, ਸਾਰਾ ਕਰਜ਼ਾ ਮਾਫ। ਉਹ ਤਾਂ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੀ ਹੈ, ਜਿਵੇਂ ਦੁਹਰਾਵਾਂ ਬਾਰ-ਬਾਰ ਚੰਗੇ ਲੱਗਦਾ। ਪਰ ਆ ਕੱਢਣ ਵਾਲਾ ਤਾਂ ਇਹਨਾਂ ਨੇ ਕਿਤੇ ਲਿਖਿਆ ਵੀ ਨਹੀਂ ਸੀ, ਇਹਦੇ 'ਚ ਆਪਣੇ ਮੈਨੀਫੈਸਟੋ 'ਚ ਵੀ ਨਹੀਂ ਸੀ ਲਿਖਿਆ ਵੀ ਅਸੀਂ ਕੱਢਾਂਗੇ ਨੌਕਰੀਆਂ 'ਚੋਂ। ਹੁਣ ਤਾਂ ਉਦੋਂ ਵੀ ਉਲਟ ਚੱਲ ਪਏ ਇਹ ਕੰਮ ਦੇ। ਸੋ ਇਸ ਕਰਕੇ ਇਹ 2 ਜਿਹੜੇ ਸਾਡੇ ਅੱਜ ਦੇ ਜ਼ਿਆਦਾ ਹੈਗੇ ਸੀ ਮਸਲੇ, ਇਹਦੇ 'ਤੇ ਅਸੀਂ ਤੁਹਾਨੂੰ ਖੇਚਲ ਦਿੱਤੀ ਹੈ ਸਾਰਿਆਂ ਨੂੰ। ਸੋ ਤੁਸੀਂ ਆਏ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਦੇ ਵਿੱਚ ਆਪਣੀ ਸਰਕਾਰ ਆਉਂਦੀ ਹੈ, ਅਕਾਲੀ ਦਲ ਦੀ, ਸਰਕਾਰ ਨੇ ਥਰਮਲ ਬੰਦ ਕਰਾਤਾ ਕਿ ਤੁਸੀਂ ਥਰਮਲ ਵਿੱਚ ਚਲਾਓਗੇ? ਨਹੀਂ, ਜੇ ਸਾਡੀ ਸਰਕਾਰ ਦਾ ਜਦੋਂ ਅਸੀਂ ਹੁਣ ਕਹੀ ਜਾਂਦੇ ਹਾਂ, ਅਸੀਂ ਰੌਲਾ ਪਾਈ ਜਾਂਦੇ ਹਾਂ ਕਿ ਥਰਮਲ ਪਲਾਂਟ ਨਹੀਂ ਬੰਦ ਹੋਣਾ ਚਾਹੀਦਾ, ਤੇ ਫਿਰ ਸਾਡੀ ਸਰਕਾਰ ਆ ਗਈ ਅਸੀਂ ਬੰਦ ਕਿਵੇਂ ਕਰਾਂਗੇ? ਨਹੀਂ, ਐਵੇਂ ਨਾ ਮਨਪ੍ਰੀਤ ਬਾਦਲ ਨੇ ਵੀ ਇੱਕ ਮਿੰਟ ਮਨਪ੍ਰੀਤ ਬਾਦਲ ਨੇ ਵੀ ਇਹ ਗੱਲ ਕਹੀ ਸੀ, ਵੋਟਾਂ ਤੋਂ ਪਹਿਲਾਂ ਹੀ ਮੈਂ ਚਿਮਨੀਆਂ ਧੂਆਂ ਨਹੀਂ ਹਟਣ ਦਊਂਗਾ। ਮੁੱਕਰ ਕੇ ਤੁਹਾਨੂੰ ਤੁਸੀਂ ਨਹੀਂ, ਹੁਣ ਤਾਂ ਕੋਈ ਵੋਟਾਂ ਹੈ ਹੀ ਨਹੀਂ। ਅੱਜ ਤਾਂ ਨਾ ਕੋਈ ਵੋਟ ਹੈ, ਹਲੇ 1.5 ਸਾਲ ਪਿਆ, ਕੋਈ ਵੋਟਾਂ ਦੀ ਗੱਲ ਅੱਜ ਤੱਕ ਕੋਈ ਹੈ ਹੀ ਨਹੀਂ। ਜੇ ਆਪਾਂ ਕਹੀਏ ਅਸੀਂ ਕਿਸ ਗੱਲ ਤੇ ਤੇਲ ਪਾਇਆ ਸੀ? ਬਣਾਇਆ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ, ਬਣਾਇਆ ਸੀ, ਇਹਨੂੰ ਚਲਾਇਆ, ਰੈਨੋਵੇਟ। ਜੇ ਅਸੀਂ ਇਹਨੂੰ ਬੰਦ ਕਰਨਾ ਹੁੰਦਾ ਫਿਰ ਅਸੀਂ ਰੈਨੋਵੇਟ ਕਿਉਂ ਕਰਾਉਂਦੇ? ਫਿਰ ਅਸੀਂ ਕਿਉਂ 750 ਕਰੋੜ ਰੁਪਇਆ ਖਰਾਬ ਕਰਦੇ ਸਰਕਾਰ ਦਾ? ਜੇ ਸਾਡੇ ਕੋਈ ਮਨ ਦੇ ਵਿੱਚ ਖੋਟ ਹੁੰਦਾ ਜਾਂ ਅਸੀਂ ਇਹਨੂੰ ਕਿਉਂ ਕਰਨਾ ਹੁੰਦਾ, ਫਿਰ ਅਸੀਂ ਕਿਉਂ ਕਰਦੇ ਰੈਨੋਵੇਟ ਅਸੀਂ ਇਹਨੂੰ ਚਲਾਉਣ ਤੇ ਕੀਤਾ ਸੀ ਨਾ ਸਾਰਾ ਕੁਝ। ਜੀ ਜੀ ਸਰ, ਥਰਮਲ ਦੀ ਗੱਲ ਹੋ ਰਹੀ ਹੈ, ਉਹਨੂੰ ਚਲਾਉਣ ਦੀ ਔਰ ਬੰਦ ਕਰਨ ਦੀ। 31 ਦਸੰਬਰ 2016 ਜਦੋਂ ਐਸਐਨਡੀ ਦੀ ਗਵਰਨਮੈਂਟ ਸੀ ਜੈਂਟਲਮੈਨ, ਉਦੋਂ ਇਹ ਥਰਮਲ ਬੰਦ ਕੀਤਾ ਗਿਆ। ਪਹਿਲੀ ਗੱਲ, ਇਹ ਥਰਮਲ ਬੰਦ ਕਰਨ ਦੀ ਸਰ ਜ਼ਰੂਰਤ ਕਿਉਂ ਪਈ? ਰੀਜ਼ਨ ਵਾਸ, ਪਲੀਜ਼ ਮੈਂ ਕੁਐਸਚਨ ਪੂਰਾ ਕਰਾਂ। ਜ਼ਰੂਰ। ਰੀਜ਼ਨ ਵਾਸ ਜਿਹੜੀ ਐਕਸਟਰਾ ਜਨਰੇਸ਼ਨ ਕੀਤੀ ਜਾ ਰਹੀ ਹੈ, ਪ੍ਰਾਈਵੇਟ ਆਰਗੇਨਾਈਜੇਸ਼ਨਸ ਨੂੰ ਜ਼ਿਆਦਾ ਟਾਈ ਅਪਸ ਦਿੱਤੇ ਗਏ। ਔਰ ਪੰਜਾਬ ਦੇ ਅੰਦਰ ਤੁਸੀਂ ਦੇਖੋ 3800 ਮੈਗਾਵਾਟਸ ਯੂਨਿਟ ਪ੍ਰਾਈਵੇਟ ਯੂਨਿਟ ਜਨਰੇਟ ਕਰ ਰਹੇ। ਤੁਹਾਡੇ ਸਰਕਾਰੀ ਪਲਾਂਟਸ ਤਾਂ ਬੰਦ ਪਏ ਸਭ। ਕੋਈ ਐਗਰੀਮੈਂਟ ਤਾਂ ਐਸਐਨਡੀ ਬੀਜੇਪੀ ਦੇ ਟਾਈਮ ਦੇ ਅੰਦਰ ਹੋਈ ਸੀ ਪਲੀਜ਼। ਇਹ ਤਾਂ ਜੀ ਦੇਖੋ, ਮੈਂ ਦੱਸਦਾ, ਜਿਹੜੇ 6 ਮਹੀਨੇ ਹੁੰਦੇ ਆ ਗਰਮੀਆਂ ਦੇ, ਉਦੋਂ ਸਿਰੇ ਤੇ ਮੰਗ ਚਲੀ ਜਾਂਦੀ ਹੈ ਆਪਣੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੁਸੀਂ ਭੁੱਲ ਜਾਂਦੇ ਆ ਕਈ ਵਾਰੀ, ਬਠਿੰਡੇ ਸ਼ਹਿਰ ਦੇ ਵਿੱਚ ਹੀ ਲੈ ਲਓ, ਸਰੂਪ ਦਾ ਕਿੱਤਾ ਸੀ ਜਨਰੇਟਰ ਬਣਾਉਣਾ ਸੀ, ਤੇ ਇਹਦਾ ਕਾਰੋਬਾਰ ਵੀ ਖਤਮ ਕਰਤਾ ਸਾਰਾ ਜਨਰੇਟਰਾਂ ਵਾਲਾ। ਸਾਡਾ ਨਿਸ਼ਾਨਾ ਸੀ ਕਿ ਲੋਕਾਂ ਨੂੰ 24 ਘੰਟੇ ਬਿਜਲੀ ਪੰਜਾਬ 'ਚ ਬੰਦ ਨਹੀਂ ਹੋਣ ਦਿਆਂਗੇ। ਉਹਦੇ ਕਰਕੇ ਪ੍ਰਾਈਵੇਟ ਥਰਮਲ ਵੀ ਲਾਏ ਸੀ, ਸਰਕਾਰੀ ਵੀ ਚਲਾਉਂਦੇ ਸੀ, ਦੋਨੇ ਚਲਾਉਂਦੇ ਸੀ। ਦੋਨਾਂ ਨੂੰ ਵੀ ਚਲਾ ਕੇ ਲੋਕਾਂ ਦੀ ਮੰਗ ਪੂਰੀ ਮਸਾਂ ਹੁੰਦੀ ਸੀ। ਸਾਡਾ ਮਸਲਾ ਸੀ ਕਿ ਕੱਟ ਨਹੀਂ ਲੱਗਣੇ ਚਾਹੀਦੇ, ਨਹੀਂ ਤਾਂ 12-12 ਘੰਟੇ ਕੱਟ ਲੱਗਦੇ ਸੀ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ। ਟਿਊਬਵੈੱਲਾਂ ਨੂੰ ਕਦੇ 5 ਘੰਟੇ, ਕਦੇ 4 ਘੰਟੇ, ਕਦੇ ਵੱਧ ਤੋਂ ਵੱਧ ਜ਼ੋਰ ਲਾ ਕੇ ਅਸੀਂ 6 ਘੰਟੇ ਬਿਜਲੀ ਦੇ ਸਕਦੇ ਸੀ। ਸੋ ਉਸ ਕਰਕੇ ਬਿਜਲੀ ਵਾਧੂ ਗਰਮੀਆਂ ਦੇ ਵਿੱਚ ਸਾਨੂੰ ਸਰਪਲਸ ਬਣਾਉਣੀ ਪੈਂਦੀ ਹੈ। ਸਿਆਲ ਦੇ ਵਿੱਚ ਤਾਂ ਬਿਜਲੀ ਸਾਡੇ ਕੋਲ ਸਾਰੀ ਵਾਧੂ ਹੁੰਦੀ ਹੈ, ਸਿਆਲ 'ਚ ਇੰਨੀ ਮੰਗ ਹੀ ਨਹੀਂ ਹੁੰਦੀ ਪੰਜਾਬ ਦੇ ਵਿੱਚ। ਸੋ ਇਸ ਕਰਕੇ ਪ੍ਰਾਈਵੇਟ ਥਰਮਲਾਂ ਦਾ, ਨਾਲੇ ਹਰ ਚੀਜ਼ ਨੂੰ ਸਮੇਂ ਦੇ ਨਾਲ ਦੀ ਨਾਲ ਲੋੜਾਂ ਬਿਜਲੀ ਦੀਆਂ ਵੱਧਦੀਆਂ ਨੇ, ਤੇ ਵੱਧਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੀ ਖਾਤਰ ਨਵੀਂ ਬਿਜਲੀ ਵੀ ਪੈਦਾ ਕਰਨੀ ਪੈਂਦੀ ਹੈ। ਬਿਜਲੀ ਮੈਂ ਤਾਂ ਕਹਿੰਦਾ ਵੀ ਇਹ ਇਸ ਗੱਲ ਦੀ ਵੀ ਗਲਤ ਗੱਲ ਕਰਦੇ ਵੀ ਮਹਿੰਗੀ ਪੈਂਦੀ ਹੈ। ਥਰਮਲਾਂ ਦੀ ਤਾਂ ਮਹਿੰਗੀ ਪੈਂਦੀ ਸੀ ਸਰਕਾਰੀਆਂ ਦੀ, ਇਹ ਬੰਦ ਕਰ ਰੱਖਦੇ ਆ, ਫਿਰ ਤਾਂ ਮਹਿੰਗੀ ਪਊਗੀ। ਜੇ ਬੰਦ ਕਰੋਗੇ 3 ਮਹੀਨੇ ਚਲਾਓਗੇ ਤੇ 9 ਮਹੀਨੇ ਬੰਦ ਰੱਖੋਗੇ, ਜੇ ਉਹਦੀ ਕੈਲਕੂਲੇਟ ਕਰੋਗੇ ਫਿਰ ਤਾਂ ਮਹਿੰਗੀ ਪਏਗੀ। ਪਰ ਮਹਿੰਗੀ ਕੋਈ ਵੀ ਨਹੀਂ ਪੈਂਦੀ। 3 ਰੁਪਏ 20 ਪੈਸੇ 15 ਪੈਸੇ ਇਹਨਾਂ ਨੂੰ ਉਹਨਾਂ ਤੋਂ ਪੈਂਦੀ ਹੈ, ਪ੍ਰਾਈਵੇਟ ਵਾਲਿਆਂ ਤੋਂ। ਆਪਦੇ ਵਾਲੀ ਚੱਲ ਜੇ ਤਾਂ 8-9 ਕਹਿੰਦੇ ਆ। ਮੈਂ ਕਹਿੰਦਾ ਵੱਧ ਤੋਂ ਵੱਧ ਅਸੀਂ ਇੰਜੀਨੀਅਰਾਂ ਨੂੰ ਪੁੱਛਿਆ, ਉਹ ਕਹਿੰਦੇ 4 ਪੈਂਦੀ ਹੈ ਵੱਧ ਤੋਂ ਵੱਧ, ਜ਼ਿਆਦਾ ਤੋਂ ਜ਼ਿਆਦਾ 4 ਉਹ ਲਾ ਲਓ, 3 ਰੁਪਏ 20-25 ਪੈਸੇ ਉਹ ਲਾ ਲਓ। ਫਿਰ ਇਹ ਕਹਿੰਦੇ ਸਾਨੂੰ ਬਾਹਰੋਂ 2 ਰੁਪਏ 35-30 ਪੈਸੇ ਮਿਲ ਜਾਂਦੀ ਆ, ਉਹ ਵੀ ਇਹਨਾਂ ਦੀ ਗੱਲ ਮੰਨ ਲਓ ਆਪਾਂ। ਭਾਖੜਾ ਤੋਂ 12 ਪੈਸੇ ਮਿਲ ਜਾਂਦੀ ਆ, ਆਪਾਂ ਉਹ ਲਾ ਲਓ ਵਿੱਚ। ਕੁੱਲ ਮਿਲਾ ਕੇ ਜਿਹੜੀ ਸਾਰੀ ਜੇ ਆਪਾਂ ਜੋੜ ਲਾਂਗੇ ਟੋਟਲ 2 ਰੁਪਏ ਯੂਨਿਟ ਬਿਜਲੀ ਪੈਂਦੀ ਆ ਇਹਨਾਂ ਨੂੰ। ਤੇ 10 ਰੁਪਏ ਕਾਹਦਾ ਵੇਚਦੇ ਆ? ਕੋਈ ਵਪਾਰੀ ਵੀ ਜੇ ਕੋਈ ਚੀਜ਼ ਵੇਚੇ, ਉਹ ਵੀ 1 ਰੁਪਏ ਦੀ ਲਿਆ ਕੇ 1 ਰੁਪਿਆ 20 ਪੈਸਿਆਂ ਦੀ, 10 ਰੁਪਈਆਂ ਦੀ, 1 ਰੁਪਿਆ 10 ਪੈਸਿਆਂ ਦੀ, 20 ਪੈਸਿਆਂ ਦੀ ਦੇ ਦਿੰਦਾ, 10 ਜਾਂ 20% ਮੁਨਾਫਾ ਲੈਂਦਾ। ਇਹ ਪਹਿਲੀ ਸਰਕਾਰ ਹੈ ਜਿਹੜੀ ਕਿ ਲੋਕ ਹਿੱਤ ਦੀ ਸੇਵਾ ਹੈ। ਇਹ ਬਿਜਲੀ ਤਾਂ ਜ਼ਰੂਰੀ ਹੈ, ਇਹ ਤਾਂ ਦੇਣੀ ਪੈਣੀ ਹੈ ਹਰੇਕ ਨੂੰ। ਐਜੂਕੇਸ਼ਨ, ਹੈਲਥ ਤੇ ਬਿਜਲੀ,
ਇਹ ਜ਼ਰੂਰੀ ਸੇਵਾਵਾਂ ਨੇ, ਇੱਥੋਂ ਮੁਨਾਫਾ ਨਹੀਂ ਕਮਾਇਆ ਜਾ ਸਕਦਾ। ਤੇ ਸਰਕਾਰ 10 ਰੁਪਏ ਯੂਨਿਟ ਦਿੰਦੀ ਹੈ, ਇਹ ਕਿੱਥੋਂ ਦਾ ਕੰਮ ਹੈ? ਐਡਾ ਵੱਡਾ ਮੁਨਾਫਾ ਤਾਂ ਕੋਈ ਦੁਨੀਆ 'ਚ ਅੱਜ ਤਾਈਂ ਵਪਾਰੀ ਮੈਂ ਤਾਂ ਕਮਾਉਂਦਾ ਹੀ ਨਹੀਂ ਵੇਖਿਆ ਜਿਹੜਾ ਪੰਜਾਬ ਸਰਕਾਰ ਕਮਾ ਰਹੀ ਹੈ। ਨਾਲ ਸਾਡੇ ਹਰਿਆਣਾ ਹੈ, ਹਿਮਾਚਲ ਹੈ, ਰਾਜਸਥਾਨ ਹੈ, ਉੱਥੇ 5-5 ਰੁਪਏ ਯੂਨਿਟ ਬਿਜਲੀ ਹੈ, ਇੱਥੇ 10 ਰੁਪਏ ਹੈ। ਕੀ ਗੱਲ ਐਡਾ ਕਾਹਦੇ ਤੇ ਪੈਸਾ ਹੀ ਇਹਨਾਂ ਨੇ ਸਾਰਾ ਇੱਥੇ ਤੋਂ ਕਮਾਉਣਾ ਸ਼ੁਰੂ ਕਰ ਲਿਆ ਬਿਜਲੀ ਤੋਂ। ਤੁਹਾਡੀ ਸਰਕਾਰ ਵੇਲੇ ਵੀ 8 ਰੁਪਏ ਯੂਨਿਟ ਸੀ। ਬਿਲਕੁਲ ਨਹੀਂ ਸੀ, ਸਾਰੇ ਕਾਗਜ਼ ਹੁਣ ਕਢਾ ਕੇ ਲਿਆਓ, ਤੜਕੇ ਮੈਂ ਫੇਰ ਆ ਜਾਊਂਗਾ। 5 ਰੁਪਏ 10-15 ਪੈਸੇ ਯੂਨਿਟ ਸੀਗੀ, ਕਢਾ ਲਿਓ। 8 ਰੁਪਏ ਐ ਨਾ ਗਲਤ ਗੱਲ ਕਰੀਏ ਤੜਕੇ। ਮੇਰੀ ਬੇਨਤੀ ਆ, ਆਪਾਂ ਫੇਰ ਸਵੇਰੇ ਰੱਖ ਲਓ ਇਸੇ ਕੰਮ ਤੇ, ਤੁਸੀਂ ਲੈ ਆਓ ਫਿਕਰਾਂ। ਨਹੀਂ, ਮੇਰੇ ਕੋਲੇ ਫਿਗਰਾਂ ਹੈਗੀਆਂ, ਜੇ ਤੈਨੂੰ ਮੈਂ ਗੱਡੀ ਚੋਂ ਕੱਢ ਕੇ ਦੇ ਦੇਣਾ ਤੁਹਾਨੂੰ। ਆਪਾਂ ਫੈਕਟਸ ਤੇ ਗੱਲ ਕਰੀਏ, ਕੋਈ ਫਾਇਦਾ ਨਹੀਂ ਇਹਨਾਂ ਦਾ। ਕੋਰੋਨਾ ਕਰਕੇ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰ ਦਿੱਤੇ ਗਏ 15 ਦਿਨ ਤੱਕ ਜੀ ਤੁਸੀਂ ਕਾਂਗਰਸ ਪਾਰਟੀ 'ਚ ਤੁਸੀਂ ਹੋ ਜੀ। ਤੇ ਹੁਣ ਤੁਸੀਂ ਆ ਮੁੱਦਾ ਚੱਕਿਆ ਵੀ ਥਰਮਲ ਵਾਲਾ ਜਾਂ ਨੌਕਰੀਆਂ, ਇਸ ਤੋਂ ਬਾਅਦ ਕੀ ਹੋਇਆ? ਜਿਹੜੇ ਮੁੱਦੇ ਕੈਂਸਲ ਕੀਤਾ, ਕੀ ਆਇਆ? ਕੋਈ ਕਾਨਫਰੰਸ ਨਹੀਂ ਕੀਤੀ ਜਾਊਗੀ, ਕੋਈ ਧਰਨੇ ਮੁਜ਼ਾਹਰੇ ਨਹੀਂ ਕੀਤੇ ਜਾਣਗੇ, ਕਿਤੇ ਵੱਡੀਆਂ ਪਾਰਟੀਆਂ ਨਹੀਂ ਕੀਤੀਆਂ ਜਾਣਗੀਆਂ। ਉਹ ਸਾਰਾ ਪ੍ਰੋਗਰਾਮ ਸਰਕਾਰ ਨੇ ਬੇਨਤੀ ਕੀਤੀ ਹੈ, ਉਹਦੇ ਅਸੀਂ ਇਹ ਨਹੀਂ ਚਾਹੁੰਦੇ ਕਿ ਸਰਕਾਰ ਸਾਨੂੰ ਕਿਸੇ ਗੱਲ ਤੋਂ ਆਖੇ ਵੀ ਇਹ ਸਾਡੇ ਸਹਿਯੋਗ ਨਹੀਂ ਦਿੰਦੇ, ਕਰੋਨਾ ਤਾਂ ਵੱਧ ਰਿਹਾ। ਇਹ ਤਾਂ ਨਹੀਂ ਵੀ ਜੇ ਲੋਕਾਂ ਦੇ ਭਖਦੇ ਮੁੱਦੇ ਖੜੇ ਆ, ਇੱਕ ਪਾਸੇ ਸਰਕਾਰ ਪੁੱਠੇ ਕੰਮ ਕਰਨ ਲੱਗ ਜੇ ਤੇ ਅਸੀਂ ਬੋਲੀਏ ਵੀ ਨਾ। ਬੋਲਣ ਦਾ ਅਧਿਕਾਰ ਤਾਂ ਖੋਇਆ ਨਹੀਂ ਸਾਥੋਂ। ਅਸੀਂ ਤਾਂ 5 ਦੀ ਬਜਾਏ ਵੀ 3 ਹੀ ਬੈਠੇ ਆ। ਪ੍ਰੈਸ ਕਾਨਫਰੰਸ ਤੇ ਕਹਿੰਦੇ ਡੀਸੀ ਤੋਂ ਆਗਿਆ ਲੈ ਕੇ ਕਰਨੀ ਚਾਹੀਦੀ। ਨਹੀਂ, ਪ੍ਰੈਸ ਕਾਨਫਰੰਸ ਇੰਨੀਆਂ ਜੇ ਆਗਿਆ ਲਿਆ, ਇਹ ਤਾਂ ਦੇਣੀ ਨਹੀਂ। ਫਿਰ ਕਿਸੇ ਨੇ ਆਗਿਆ ਸਰਕਾਰ ਵਿਰੋਧੀ ਆਗਿਆ ਕੌਣ ਦੇਊਗਾ? ਤਾਂ ਲੈਣੀ ਹੈ ਜੇ 5 5 ਤੋਂ ਜ਼ਿਆਦਾ ਇਕੱਠ ਕਰਦੇ ਆ, ਇਕੱਠ ਕਰਨਾ। ਠੀਕ ਹੈ ਨਾ ਜੀ, ਇਹ ਡੈਮੋਕ੍ਰੇਸੀ ਦੇ ਵਿੱਚ ਸਾਡਾ ਹੱਕ ਹੈ। 3 ਜਾਣੇ ਬੈਠੇ ਆ, 5 ਤਾਂ ਹੀ ਤਾਂ ਉਹਨਾਂ ਦੀ ਲੋੜ ਹੀ ਨਹੀਂ, ਇਹ ਤਾਂ 144 ਪੰਜਾਂ ਤੇ ਲਾਗੂ ਹੁੰਦੀ ਹੈ। ਅਸੀਂ ਤਾਂ 3 ਹੀ ਬੈਠੇ ਆ, 5 ਵੀ ਨਹੀਂ ਬੈਠੇ। ਜਿੰਨੇ ਵੀ ਚੇਅਰਮੈਨ ਦੀਆਂ ਨਿਯੁਕਤੀਆਂ ਹੋਈਆਂ ਜੀ ਹੁਣ ਕਾਂਗਰਸ ਵੇਲੇ ਦੀਆਂ ਜੀ, ਇਹਨਾਂ ਦੀਆਂ ਰਾਜਕੋਸ਼ੀਆਂ ਉੱਥੇ ਮੇਰੇ ਖਿਆਲ 500 ਬੰਦਾ ਇਕੱਠ ਹੁੰਦਾ ਤੇ ਉਹ ਕਿੰਨੀ ਹਾਈਲਾਈਟ ਕਰਦੇ ਜੀ। ਉਹ ਅਣਪਛਾਤੇ ਆ ਨਾ ਜੀ, ਉਹ ਅਣਪਛਾਤੇ। ਗੱਲ ਤੁਹਾਡੀ 'ਚ ਬਹੁਤ ਵਜਨ ਹੈ। ਵੇਖੋ, ਸਾਰੀਆਂ ਗੱਲਾਂ ਸਾਡੇ ਤੇ ਨਾ ਸਿੱਟੋ, ਤੁਸੀਂ ਵੀ ਛਾਪਿਆ ਕਰੋ ਇਹੋ ਜਿਹਾ ਕੁਝ। ਫਿਰ ਤੁਹਾਡੀ ਛਾਪੀ ਗਈ ਸਾਡੇ ਇਹੋ ਜਿਹੇ ਗੱਲਾਂ ਤੇ ਸਾਡੇ ਤਾਂ ਬਿਨਾਂ ਪੁੱਛੋ ਲਾ ਦਿਆ ਕਰੋ। ਦੇਖੋ, ਮੈਂ ਤਾਂ ਹੈਰਾਨ ਹੈ ਕਿ ਕੈਪਟਨ ਸਾਹਿਬ ਦੇ ਐਮਐਲਏ ਸਾਰੇ ਅਣਪਛਾਤੇ ਹੋ ਗਏ। ਹਾਲਾਤ ਇਹ ਪੰਜਾਬ ਦੇ ਬਣੇ ਪਏ ਆ, ਕਿਉਂਕਿ ਮੁੱਖ ਮੰਤਰੀ ਸਾਹਿਬ ਮਿਲਦੇ ਤਾਂ ਕਿਸੇ ਨੂੰ ਹੈ ਨਹੀਂ। 3-4 ਮਹੀਨੇ ਹੋਰ ਨਾ ਨਿਕਲੇ ਅੰਦਰੋਂ ਤਾਂ ਮੈਨੂੰ ਲੱਗਦਾ ਮੰਤਰੀ ਵੀ ਅਣਪਛਾਤੇ ਹੋ ਜਾਣਗੇ। ਐਮਐਲਏ ਅੰਦਰ ਨਹੀਂ ਜਾ ਸਕਦਾ, ਮੁੱਖ ਮੰਤਰੀ ਬਾਹਰ ਨਹੀਂ ਆਉਂਦਾ, ਤੇ ਅਣਪਛਾਤੇ ਹੀ ਹੋਣੇ। ਤੁਸੀਂ ਇੱਥੇ ਹੀ ਉਦਾਹਰਨ ਲੈ ਲਓ, ਸਰੂਪੁਰਾਂ ਤੇ ਪਰਚਾ ਦੇਤਾ, ਥਰਮਲ ਚ ਮੁਜ਼ਾਹਰਾ ਕਰਨਗੇ। ਆਪ ਵਾਲਿਆਂ ਤੇ ਕਿਉਂ ਨਹੀਂ ਦਿੱਤਾ? ਉਦੋਂ ਬਾਅਦ ਆਪ ਵਾਲੇ ਸਾਡੇ ਨਾਲ ਤਾਂ ਦੁੱਗਣੇ ਸੀਗੇ, ਉਹਨਾਂ ਤੇ ਕਿਉਂ ਨਹੀਂ ਦਿੱਤਾ ਪਰਚਾ? ਫਿਰ ਆਪ ਵਾਲੇ ਗੁੱਸੇ ਹੋ ਜਾਂਦੇ ਆ ਸਾਡੇ ਨਾਲ ਜੇ ਅਸੀਂ ਕਹਿ ਦਿੰਦੇ ਆ ਕਿ ਇਹ ਤਾਂ ਜੀ ਇੱਕੋ ਹੀ ਆ ਦੋਨੇ। ਮੈਂ ਇੱਕ ਹੋਰ ਗੁੱਸੇ ਹੁੰਦੇ ਤੁਹਾਡੇ ਨਾਲ ਕੀ ਲਿਆ ਜਾ? ਤੁਹਾਡੇ ਤੇ ਕਿਉਂ ਨਹੀਂ ਪਰਚਾ ਦਿੰਦੇ, ਸਾਡੇ ਤੇ ਕਿਉਂ ਦਿੰਦੇ? ਕਹਿਣੀ ਚਾਹੁੰਦਾ ਹੈ, ਚਲੋ ਸਰੂਪ ਜੀ ਤੇ ਪਰਚਾ ਦੇਤਾ, ਅਸੀਂ ਸਕੂਲ ਇਸ਼ੂਜ਼ ਦੇ ਫੀਸ ਇਸ਼ੂ ਲੈ ਕੇ ਸਾਡੇ ਤੇ ਪਰਚਾ ਦੇਤਾ। ਇਹਨਾਂ ਨੇ ਇੱਕ ਮੁਜ਼ਾਹਰੇ ਕੀਤੇ ਸੀ ਇੱਥੇ ਸੈਂਟਰ ਦੀ ਸਰਕਾਰ ਦੇ ਖਿਲਾਫ। ਉਹ ਗਧੇ ਰੇੜੇ ਲੈ ਕੇ 100 ਬੰਦਾ ਚੜਿਆ ਸੀ ਉਹਦੇ ਤੇ ਗਧੇ ਦੀ ਜਾਨ ਨੂੰ ਕੋਈ ਖਤਰਾ ਨਹੀਂ। 100 ਕਾਂਗਰਸੀ, ਇੱਕ ਵਿਚਾਰਾ ਗਧਾ ਉੱਥੇ, ਯਾਰ ਉਹਨੂੰ ਕਰੋਨਾ ਹੋ ਜਾਏ ਉਹਦਾ ਕੌਣ ਜ਼ਿੰਮੇਵਾਰ ਹੈ? ਮੈਂ ਸੀ ਤਾਂ ਮੇਨਕਾ ਗਾਂਧੀ ਨੂੰ ਮੈਂ ਤਾਂ ਲਿਖ ਕੇ ਭੇਜਣ ਲੱਗਿਆ ਇਹਨਾਂ ਦੇ ਖਿਲਾਫ। ਉਹ ਬੇਜ਼ਬਾਨ ਜਾਨਵਰ ਹੈ, ਜੇ ਉਹ ਬੋਲ ਨਹੀਂ ਸਕਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਵਿਚਾਰੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਇੱਥੇ ਤਾਂ ਬੰਦਿਆਂ ਨੂੰ ਖਤਰਾ ਹੋਇਆ ਪਿਆ ਕਾਂਗਰਸੀਆਂ ਤੋਂ, ਉਹ ਤਾਂ ਜਾਨਵਰ ਹੈ ਵਿਚਾਰਾ। ਦੇਖੋ, ਮੁੱਖ ਮੰਤਰੀ ਜੀ ਤਾਂ ਮਿਲਦੇ ਨਹੀਂ, ਕਹਿੰਦੇ ਮੈਨੂੰ ਡਰ ਲੱਗਦਾ ਵੀ ਕਰੋਨਾ ਨਾ ਹੋ ਜੇ। ਤੇ ਕਾਂਗਰਸੀਆਂ ਨੂੰ ਕੋਈ ਡਰ ਨਹੀਂ ਲੱਗਦਾ? 200 300 ਇਕੱਠਾ ਹੋ ਜਾਂਦੇ ਆ, ਚੇਅਰਮੈਨ ਨੂੰ ਬਿਠਾਉਣਾ ਹੋਵੇ, ਚਾਹੇ ਮੁਜ਼ਾਹਰਾ ਕਰਨਾ ਹੋਵੇ ਸੈਂਟਰ ਦੇ ਖਿਲਾਫ ਜਾਂ ਕੁਛ, ਉੱਥੇ ਇਕੱਠੇ ਹੋ ਜਾਂਦੇ ਆ। ਇਹਨਾਂ ਨੂੰ ਫਿਰ ਇਹ ਤਾਂ ਧੱਜੀਆਂ ਉਡਾਈ ਜਾਂਦੇ ਆਪ ਦੇ ਸਾਰੀਆਂ, ਦੂਜਿਆਂ ਤੇ ਕਾਨੂੰਨ ਲਾਗੂ ਆ। ਜਿਹੜੇ ਦੋਨੋਂ ਮਸਲੇ ਮਲੂਕਾ ਸਾਹਿਬ ਨੇ, ਅੰਕਲ ਨੇ ਰੇਜ਼ ਕੀਤੇ ਆ, ਉਹ ਦੋਨੋਂ ਮਸਲੇ ਰਿਲੇਟਡ ਹੈ ਮਨਪ੍ਰੀਤ ਸਿੰਘ ਬਾਦਲ ਦੇ। ਇੱਕ ਤਾਂ ਬਤੌਰ ਹਲਕਾ ਐਮਐਲਏ ਉਹਨੇ ਮੈਨੀਫੈਸਟੋ ਜਾਰੀ ਕੀਤਾ ਸੀ, ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਥਰਮਲ ਪਲਾਂਟ ਦੀ। ਦੂਜਾ ਜਿਹੜਾ ਇਸ਼ੂ ਨੌਕਰੀਆਂ ਦਾ ਹੈ, ਉਹ ਐਜ਼ ਚੇਅਰਮੈਨ ਮੈਨੀਫੈਸਟੋ ਕਮੇਟੀ ਮਨਪ੍ਰੀਤ ਸਿੰਘ ਬਾਦਲ ਨੇ ਮੈਨੀਫੈਸਟੋ ਬਣਾਇਆ ਸੀ ਪੰਜਾਬ ਕਾਂਗਰਸ ਦਾ ਇਲੈਕਸ਼ਨ ਤੋਂ ਪਹਿਲਾਂ। ਘਰ ਘਰ ਨੌਕਰੀ ਦੇਵਾਂਗੇ, ਮੈਂ ਮੈਨੀਫੈਸਟੋ ਨਾਲ ਲੈ ਕੇ ਆਇਆ ਉਹਨਾਂ ਦਾ। ਇਸੇ ਸਫੇ ਤੇ ਲਿਖਿਆ ਜਿਹੜੇ ਮੈਂ ਹਾਈਲਾਈਟ ਕੀਤੇ ਆ ਦੋਵੇਂ। 1 ਜੌਬ ਇਨ ਐਵਰੀ ਹਾਊਸ ਹੋਲਡ ਤੇ 2500 ਰੁਪਈਆ ਬੇਰੋਜ਼ਗਾਰੀ ਭੱਤਾ ਦੇਵਾਂਗੇ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ। ਤੇ 52 ਲੱਖ ਹਾਊਸ ਹੋਲਡ ਹੈ 2011 ਦੇ ਸੈਂਸਸ ਦੇ ਹਿਸਾਬ ਨਾਲ। ਤੇ ਹੁਣ ਤੱਕ ਤਾਂ ਫਿਰ 52 ਲੱਖ ਦੇ ਹਿਸਾਬ ਨਾਲ ਜੇ ਤੁਸੀਂ ਨੌਕਰੀਆਂ ਗਿਣਨ ਲੱਗੋ ਤਾਂ ਹਰ ਰੋਜ਼ ਇਹਨਾਂ ਨੂੰ 2739 ਨੌਕਰੀਆਂ ਇੱਕ ਦਿਨ ਦੀਆਂ ਬਣਦੀਆਂ। ਤੇ ਇਹ ਤਾਂ ਖੋਣ ਤੇ ਹੋ ਗਏ ਆ। ਦੇਣੀ ਤਾਂ ਕਿਸੇ ਨੂੰ ਕੀ ਹੈ? ਬੇਰੋਜ਼ਗਾਰੀ ਭੱਤਾ ਹੈ 2500 ਰੁਪਈਆ ਮਹੀਨਾ ਹੈ। 52 ਲੱਖ ਹਾਊਸ ਹੋਲਡ 'ਚ ਜੇ ਇੱਕ ਨੌਜਵਾਨ ਨੂੰ ਵੀ ਦੇਣ 1250 ਕਰੋੜ ਰੁਪਈਆ ਬਣਦਾ ਇੱਕ ਮਹੀਨੇ ਦਾ। 1250 ਕਰੋੜ 42 ਮਹੀਨੇ ਸਰਕਾਰ ਬਣੀ ਨੂੰ ਹੋ ਗਏ। 55,000 ਕਰੋੜ ਰੁਪਈਆ ਨੌਜਵਾਨਾਂ ਦਾ ਖਾਈ ਬੈਠੇ, ਉਹ ਕੌਣ ਦੇਊਗਾ? ਮਨਪ੍ਰੀਤ ਸਿੰਘ ਬਾਦਲ ਇਜ਼ ਅ ਮਾਸਟਰ ਆਫ ਡਬਲ ਸਪੀਕ। ਦੋ ਚਿਹਰੇ ਹੈ ਇਹਦੇ, ਲੋਕਾਂ ਨੂੰ ਦਿਖਾਉਣ ਨੂੰ ਹੋਰ ਤੇ ਅਸਲੀ ਚਿਹਰਾ ਹੋਰ। ਧੋਖਾ ਫਰੇਬ ਹਰ ਗੱਲ ਦੇ ਵਿੱਚ।
ਹਿਪੋਕ੍ਰੇਸੀ। ਇੱਥੇ ਖੜ ਕੇ ਉਦੋਂ ਅੱਖਾਂ ਚੋਂ ਇੰਜੂ ਨਿਕਲਦੇ ਸੀ ਜਦੋਂ ਥਰਮਲ ਦਾ ਰੌਲਾ ਪਾਉਂਦੇ ਸੀ, ਤੇ ਹੁਣ ਕੀ ਹੋ ਗਿਆ? ਨਹੀਂ, ਇੱਕ ਹੋਰ ਇਹਨੇ ਲਾਇਆ ਸੀ ਲਾਰਾ ਇਹਨਾਂ ਵਾਲੀ ਗੱਲ ਕਿ ਮੈਂ ਇੱਕ ਫੈਕਟਰੀ 1 ਮਹੀਨੇ 'ਚ ਲਿਆਇਆ ਕਰੂੰਗਾ। ਅੱਜ 42 ਮਹੀਨੇ ਹੋ ਗਏ ਬਠਿੰਡੇ ਸਰਕਾਰ ਬਣੀ ਨੂੰ, ਤੇ 42 ਫੈਕਟਰੀਆਂ ਆ ਗਈਆਂ। ਤੁਸੀਂ ਦੱਸ ਦਿਓ ਕਿੱਥੇ ਆ ਗਈ ਕੋਈ ਫੈਕਟਰੀ? ਇੱਕ ਮਿੰਟ ਜੀ, ਤੇ ਫਿਰ ਹਰ ਗੱਲ ਦਾ ਝੂਠ ਹੈ, ਫਿਰ ਕੀ ਕਰੋਗੇ ਬੰਦੇ ਵੀ? ਇੱਕੋ ਮਿੰਟ ਦੀ ਨਾ ਇੱਕ ਆਡੀਓ ਸੁਣੀ ਤੁਸੀਂ ਸਾਰਿਆਂ ਨੇ, ਇਹਨਾਂ ਨੂੰ ਸਾਰਾ ਪਤਾ ਹੈ। ਤਸੱਲੀ ਮੈਂ ਪੂਰਾ ਪਤਾ ਹੈ। ਫੇਰ ਸੁਣ ਲਓ ਤੁਸੀਂ। ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ, ਪੰਜਾਬ ਦੇ ਮੁੱਖ ਮੰਤਰੀ ਬਣ ਗਏ, ਦੋਸਤੋ ਤੁਹਾਡੇ ਨਾਲ ਵਾਅਦਾ ਕਿ ਬਠਿੰਡੇ ਦਾ ਜਿਹੜਾ ਥਰਮਲ ਪਲਾਂਟ ਹੈ ਉਹਦੀਆਂ ਚਿਮਨੀਆਂ ਉਦਾਸ ਹੋਈਆਂ ਪਈਆਂ, ਉਹਨਾਂ ਚਿਮਨੀਆਂ ਚੋਂ ਇੱਕ ਵਾਰੀ ਫੇਰ ਧੂੰਆਂ ਨਿਕਲੂਗਾ। देखिए, सबसे पहले तो हमने ये अपना एक टारगेट फिक्स किया है कि हर महीने एक बिग टिकट इन्वेस्टमेंट जो है वो पंजाब में हम लेके आएंगे जी। और बिग टिकट का मतलब है 2, 3, 4, 5, 10, 15, 20 हजार करोड़ का हर महीने ये टारगेट बना है जी। और ये हमने इंडस्ट्रीज डिपार्टमेंट को भी ਸੁਣ ਲਈ ਜੀ ਗੱਲ। ਤੁਸੀਂ ਇਹ ਦੇਖੋ, ਸਭ ਤੋਂ ਵੱਡੀ ਗੱਲ, ਇੱਕ ਧੂਆਂ ਚਿਮਨੀਆਂ ਚੋਂ ਤਾਂ ਕੀ ਕੱਢਣਾ, ਲੋਕਾਂ ਦਾ ਧੂਆਂ ਕੱਢਤਾ ਇੱਥੇ ਇਹਨੇ ਤੇ ਇਹਦੇ ਰਿਸ਼ਤੇਦਾਰ ਨੇ। ਆ ਹੁਣ ਰੌਲਾ ਕੀ ਹੈ ਜੀ? ਥਰਮਲ ਵੇਚਣਾ ਕਿਉਂ ਚਾਹੁੰਦੇ? ਮੈਂ 1 ਮਿੰਟ, ਅੰਕਲ ਨੇ ਜਿਹੜੀ ਗੱਲ ਕੀਤੀ ਉਹਦੇ ਨਾਲ ਹੀ ਇੱਕ ਗੱਲ ਜੋੜਦਾ ਹੈ। ਇਹਨਾਂ ਦੀ ਡੈਨਮਾਰਕ ਦੀ ਕੰਪਨੀ ਸਰਵੇ ਕਰ ਗਈ ਆ ਕੇ ਕਿ ਇੱਥੇ ਚੱਲ ਸਕਦਾ ਬਾਇਓਮਾਸ ਪਲਾਂਟ। 3000 ਰੁਪਇਆ ਕਿੱਲਾ ਜ਼ਿਮੀਂਦਾਰਾਂ ਨੂੰ ਉਸ ਗੱਲ ਦਾ ਫਾਇਦਾ ਸੀ, ਜਿਵੇਂ ਇਹਨਾਂ ਨੇ ਕਿਹਾ ਕਿ ਕਿੰਨੇ ਪਿੰਡਾਂ ਦੀ ਪਰਾਲੀ ਉੱਥੇ ਖਪਣੀ ਸੀ। ਸਬ ਕਮੇਟੀ ਬਣਦੀ ਹੈ ਕੈਬਨਿਟ ਦੀ, ਜਿਹੜਾ ਫੈਸਲਾ ਲੈਂਦੀ ਹੈ ਕਿ ਥਰਮਲ ਬੰਦ ਕਰਨਾ ਹੈ। ਉਹ ਸਬ ਕਮੇਟੀ ਦਾ ਚੇਅਰਮੈਨ ਕੌਣ ਹੈ? ਮਨਪ੍ਰੀਤ ਸਿੰਘ ਬਾਦਲ। ਮੈਂ ਨਹੀਂ ਕਹਿ ਰਿਹਾ, ਇਹ ਰਿਕਾਰਡ ਦਾ ਹਿੱਸਾ ਹੈ। ਨਾਲ ਉਹਦੇ ਚੰਨੀ ਹੈ ਉਸ ਕਮੇਟੀ 'ਚ, ਤੇ ਰਾਣਾ ਗੁਰਜੀਤ ਹੈ। ਹੁਣ ਉਹ ਸਬ ਕਮੇਟੀ ਫੈਸਲਾ ਕਰਦੀ ਹੈ ਕਿ ਇੱਥੋਂ ਦਾ ਬੰਦ ਹੋਣਾ ਹੈ। ਇਹ ਮੈਂ ਇੱਕ ਲਾਈਨ ਤੁਹਾਨੂੰ ਜ਼ਰੂਰ ਪੜ੍ਹ ਕੇ ਦੱਸਣੀ ਚਾਹੁੰਦਾ ਇਸ ਖਬਰ 'ਚੋਂ, ਸਾਰੀ 'ਚੋਂ। ਮੈਂ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਇਹ। ਉਹਦੇ 'ਚ ਇਹ ਲਿਖਿਆ ਉਹਨਾਂ ਨੇ, ਆਫਟਰ ਦ ਕੈਬਨਿਟ ਸਬ ਕਮੇਟੀ ਅਨਾਊਂਸਡ ਇਟਸ ਡਿਸੀਜਨ ਟੂ ਸ਼ਟ ਦ ਪਾਵਰ ਪਲਾਂਟ ਇਨ ਜਨਵਰੀ 2018, the board of directors of PSPCL passed a proposal prepared by the engineers that advocated converting unit 4 into a biomass power plant. This was to use the paddy stubble for producing power. A team of engineers from Denmark was consulted, who paid various visits to the thermal plant and said the project was viable. The proposal was to be discussed by the cabinet, but on the insistence of a minister, aa line sunn wali hai, on the insistence of a minister, the proposal was shelved. ਕਿਹਦਾ ਇੰਟਰਸਟ ਸੀ ਕਿ ਇੱਥੇ ਨਾ ਚੱਲੇ? ਇਹ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ, ਇਹ ਲੈਂਡ ਮਾਫੀਆ ਕੌਣ ਚਲਾਉਂਦਾ ਇੱਥੇ? ਸਾਰੇ ਪੰਜਾਬ 'ਚ, ਸਾਰੇ ਹਿੰਦੁਸਤਾਨ 'ਚ ਤਾਂ 2 ਟੈਕਸ ਹੀ ਹੈ ਨਾ, ਇੱਕ GST ਟੈਕਸ ਹੈ, ਇੱਕ ਵੈਟ ਦਾ ਟੈਕਸ ਹੈ। ਇੱਥੇ 3 ਟੈਕਸ ਦਿੰਦੇ ਆ ਲੋਕ। ਇੱਕ ਜੋ ਟੈਕਸ ਹੈ। ਲੈਂਡ ਮਾਫੀਆ, ਲੈਂਡ ਸ਼ਾਰਕਸ ਜਿਹੜੇ ਹੈ, ਇਹਨਾਂ ਦੀ ਸਰਪ੍ਰਸਤੀ ਦੇ ਹੇਠ ਸਾਰੀ ਜ਼ਮੀਨ ਹੜਪਣੀ ਹੈ। ਇੱਥੇ ਕੋਈ ਇਹ ਹੁਣ ਗੱਲ ਕਰਦੇ ਇੱਥੇ ਇੰਡਸਟਰੀਅਲ ਪਾਰਕ ਬਣਾਉਣ ਦਾ, ਰਾਜਪੁਰੇ ਬਣਿਆ, 에ਅਰਪੋਰਟ ਦੇ ਨਾਲ ਹੈ, ਨੈਸ਼ਨਲ ਹਾਈਵੇ ਦੇ ਉੱਤੇ ਹੈ, ਰੇਲਵੇ ਦੀ ਜੰਕਸ਼ਨ ਤੇ ਹੈ, ਉਹ ਤਾਂ ਅਜੇ ਖਾਲੀ ਪਿਆ। ਆਪਣਾ ਗਰੋਥ ਸੈਂਟਰ ਬਠਿੰਡੇ, ਤੁਹਾਡਾ ਗਰੋਥ ਸੈਂਟਰ ਖਾਲੀ ਪਿਆ। ਕਿਹਨੇ ਆਉਣਾ ਇੱਥੇ? ਇੱਥੇ ਕਿਸੇ ਰਿਲਾਇੰਸ ਨੇ ਨਹੀਂ ਆਉਣਾ, ਇੱਥੇ ਕਿਸੇ ਟਾਟੇ ਨੇ ਨਹੀਂ ਆਉਣਾ, ਕਿਸੇ ਬਿਰਲੇ ਨੇ ਨਹੀਂ ਆਉਣਾ। ਇੱਥੇ ਚੱਲਣਾ ਜੋ SEZ। ਤੇ ਇੱਕ ਇੰਚ ਲੋਕਾਂ ਦੀ ਜਿਹੜੀ ਜ਼ਮੀਨ ਹੈ ਇਹਨਾਂ ਨੇ ਹੜੱਪਣੀ ਹੈ। ਮੈਂ ਅੱਜ ਤੁਹਾਨੂੰ ਇਹ ਗੱਲ ਕਹਿ ਕੇ ਜਾ ਰਿਹਾ, ਮੇਰੀ ਗੱਲ ਯਾਦ ਰੱਖਿਓ। ਮੇਰੇ ਨਾਲੋਂ ਬਿਹਤਰ ਜਾਣਦੇ ਹੋ ਤੁਸੀਂ, ਬੋਲਦੇ ਨਹੀਂ, ਉਹ ਗੱਲ ਵੱਖਰੀ ਹੈ। ਜੋ ਟੈਕਸ ਵੀ ਲੱਗਣੇ ਆ, ਮਤਲਬ ਤੁਸੀਂ ਸਮਝ ਜੋ ਮੈਂ ਜੋ ਕਹਿੰਦਾ ਕਿ ਜੋ ਕਹਿੰਦਾ। ਆਪਾਂ ਕਹਿ ਦਿੰਦੇ ਨਾ ਜੋ ਬੰਦੇ ਇੱਥੇ ਆਏ ਉਹਨਾਂ ਦਾ ਜੀ ਆਇਆਂ ਨੂੰ। ਜੋ ਟੈਕਸ, ਇੱਥੇ ਕਈ ਟੈਕਸ ਕਰਾਂ ਦੇ ਟੈਕਸ ਲੱਗਣੇ ਇੱਥੇ। ਐਵੇਂ ਨਾ ਤੁਸੀਂ ਗਲਤ ਪਾਸੇ ਲੈ ਜਾਓ। ਤੁਸੀਂ ਹੱਸਦੇ ਹੋ, ਵੇਖੋ ਤੁਹਾਡੇ ਮਨ 'ਚ ਵੀ ਗੱਲ ਹੋਰ ਹੈ। ਲੋਕ ਸਭ ਘਰ ਦੇ ਰੁਜ਼ਗਾਰ, ਘਰ ਦਾ ਰੁਜ਼ਗਾਰ ਦੇਣ ਦੀ ਗੱਲ ਕੀਤੀ ਹੈ, ਪਰ ਇੱਕੋ ਪਰਿਵਾਰ ਦੇ 2 ਇੰਡੀਵਿਜੂਅਲ ਰੁਜ਼ਗਾਰ ਦਿੱਤਾ। ਘਰ ਵਾਲਾ DGP, ਘਰ ਵਾਲੀ ਚੀਫ ਸੈਕਟਰੀ। ਨਹੀਂ, ਦੇਖੋ ਇਹੀ ਤਾਂ ਗੱਲਾਂ ਨੇ ਕਰਨ ਵਾਲੀਆਂ ਵੀ ਹਿਸਟਰੀ ਦੇ ਵਿੱਚ ਕਿ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਜਿਹੜੀਆਂ ਕਿ ਚੰਗੀਆਂ ਨਹੀਂ ਲੱਗਦੀਆਂ। ਕੁਛ ਨਾ ਕੁਛ ਰਵਾਇਤਾਂ ਬਣਾਉਣੀਆਂ ਚਾਹੀਦੀਆਂ ਹੁੰਦੀਆਂ ਨੇ। ਹੁਣ ਸਰਕਾਰ ਹੈ ਕਰੀ ਜਾਂਦੀ, ਨਾਲਾ ਕੋਈ ਨਹੀਂ। ਹੁਣ ਤਾਂ ਇਹਨਾਂ ਨੂੰ ਕੁੜ ਦਾ ਬਣਾ ਹੀ ਵਧੀਆ ਮਿਲ ਗਿਆ, ਕਿਉਂਕਿ ਨਾ ਤਾਂ ਕਿਸੇ ਨੂੰ ਮੁਜ਼ਾਹਰਾ ਕਰ ਦਿੰਦੇ ਆ, ਨਾ ਕਿਸੇ ਨੂੰ ਬੋਲਣ ਦਿੰਦੇ ਆ। ਜੇ ਕੋਈ ਬੋਲਦਾ ਉਹਨੂੰ ਫੜ ਕੇ ਪਰਚਾ ਦੇ ਕੇ ਅੰਦਰ ਕਰ ਦਿੰਦੇ ਆ। ਸੋ ਹਰ ਗੱਲ ਦੇ ਵਿੱਚ ਨੌਕਰੀਆਂ ਤਾਂ ਦਿੱਤੀਆਂ ਕਿਹੜੀਆਂ ਨੌਕਰੀਆਂ ਦੇਣੀਆਂ? ਨੌਕਰੀਆਂ 2 ਵੱਡੇ ਘਰਾਂ ਦਿੱਤੀਆਂ, ਇੱਕ ਤਾਂ ਬੈਂਸੋ ਦੇ ਪੋਥੇ ਨੂੰ ਦਿੱਤੀ ਹੈ। ਨੌਕਰੀਆਂ ਕਿਹਨੂੰ ਦੇਣੀਆਂ? ਨੌਕਰੀ ਤਾਂ ਕੋਈ ਦਿੱਤੀਆਂ ਹੋਵੇ ਆਪਾਂ ਨੂੰ ਪਤਾ ਲੱਗੇ, ਬਠਿੰਡੇ ਤੁਹਾਨੂੰ ਵੀ ਪਤਾ ਲੱਗੇ। ਮੇਰਾ ਮਤਲਬ ਨੌਕਰੀਆਂ ਤਾਂ ਖੋ ਹੀ ਜਾਂਦੇ ਆ, ਦੇਣ ਦੀ ਤਾਂ ਆਪਾਂ ਗੱਲ ਹੀ ਛੱਡੋ, ਤਾਂ ਖੋ ਹੀ ਜਾਂਦੇ ਨੇ।
ਘਰ ਘਰ ਰੁਜ਼ਗਾਰ ਦੇਣ ਦੀ ਤਾਂ ਬਹੁਤ ਵੱਡੀ ਬਹੁਤ ਦੂਰ ਤੁਸੀਂ ਇਹ ਦੇਖੋ ਜੀ, ਵਾਟਰ ਰਿਸੋਰਸਿਸ ਜਿਹੜਾ ਡਿਪਾਰਟਮੈਂਟ ਜਿਹਨੂੰ ਇਹ ਰੀਸਟਰਕਚਰ ਕਰਨ ਦੀ ਗੱਲ ਕਰ ਰਿਹਾ ਹੈ, 24,260 EMPLOYEES ਆ ਉਸ ਡਿਪਾਰਟਮੈਂਟ 'ਚ। 24,260 ਚੋਂ 8,900 9900 ਨੂੰ ਇਹ ਕੱਢ ਰਹੇ ਹੈ, ਪੋਸਟਾਂ ਅਬੋਲਿਸ਼ ਕਰ ਰਹੇ ਹੈ। ਤਕਰੀਬਨ 40% ਤੁਸੀਂ ਲਾ ਲਓ, ਤੇ ਕੀ ਇਹ ਸਰਕਾਰ ਤੋਂ ਤੁਸੀਂ ਆਸ ਰੱਖੋਗੇ ਜੀ? ਮਲੂਕਾ ਸਾਹਿਬ ਇਸ ਮਾਮਲੇ ਤੇ ਪਾਰਟੀ ਵੱਲੋਂ ਕੋਈ ਹੋਰ ਮੁਲਾਜ਼ਮਾਂ ਦੇ ਹੱਕ ਵੱਡੇ ਸੰਘਰਸ਼ ਦਾ ਨਹੀਂ ਵੇਖੋ ਕੱਢਣ ਤਾਂ ਅਸੀਂ ਦਿਆਂਗੇ ਨਹੀਂ। ਵੇਖੋ ਕੱਢਣੇ ਤੇ ਗਲਤ ਕੱਢਣਾ ਤਾਂ ਵੇਖੋ ਨੌਕਰੀ ਨਾ ਦਿੱਤੀ ਜਾਵੇ ਸਰਕਾਰ ਤੋਂ ਤਾਂ ਸਮਝ ਚ ਆਉਂਦੀ ਹੈ ਵੀ ਚੱਲ ਨਹੀਂ ਸਾਧਨ ਬਣੇ, ਸੋਰਸਸ ਨਹੀਂ ਬਣੇ, ਜਾਂ ਕਹਿ ਦਿਓ ਅਸੀਂ ਕਹਿ ਬੈਠੇ ਲੋ, ਪਰ ਲੱਗਿਆਂ ਨੂੰ ਕੱਢਣ ਦਾ ਤਾਂ ਮਤਲਬ ਨਹੀਂ। ਜਿਹੜੇ ਇੰਨੇ ਚਿਰ ਦੇ ਲੱਗੇ ਆ, ਜਿਨ੍ਹਾਂ ਨੇ ਡੈਮ ਬਣਾਏ ਆ, ਐਡੇ ਵੱਡੇ ਬਣਾਏ ਆ, ਨਹਿਰਾਂ ਬਣਾਈਆਂ, ਇਰੀਗੇਸ਼ਨ ਮਹਿਕਮੇ ਦਾ ਕਿੰਨੇ ਵੱਡੇ ਕੰਮ ਕੀਤੇ ਆ, ਅੱਜ ਅਸੀਂ ਉਹਨਾਂ ਨੂੰ ਆਖਦੀ ਆ ਤੁਸੀਂ ਘਰਾਂ ਨੂੰ ਜਾਓ, ਇਹ ਤਾਂ ਗੱਲ ਚੰਗੀ ਨਹੀਂ ਨਾ ਹੈਗੀ। ਇਹ ਤਾਂ ਜਿਵੇਂ ਇੰਨਾ ਚਿਰ ਦਾ ਕੰਮ ਚੱਲੀ ਜਾਂਦਾ, ਕਿੰਨੀਆਂ ਸਰਕਾਰਾਂ ਲੰਘ ਗਈਆਂ, ਉਹ ਚਲਾਈ ਜਾਂਦੇ ਨੇ। ਸੋ ਮਹਿਕਮੇ ਨੂੰ ਮਰਜ ਕਰ ਦੇਣਾ ਤੇ ਕੰਮ ਤਾਂ ਨਹੀਂ ਘਟ ਗਿਆ ਮਹਿਕਮੇ ਦਾ। ਸੋ ਜਾਂ ਤਾਂ ਹੁਣ ਸਿੱਧੇ ਹੋ ਕੇ ਕਹਿਣ ਵੀ ਸਾਡਾ ਤਾਂ ਦਿਵਾਲਾ ਨਿਕਲਿਆ ਵਾ, ਸਾਡੇ ਕੋਲ ਤਾਂ ਪੈਸੇ ਹੈ ਨਹੀਂ ਦੇਣ ਨੂੰ, ਤੇ ਇਉਂ ਕਹਿਣ ਫਿਰ ਸਿੱਧੇ ਹੋ ਕੇ। ਇਉਂ ਵੀ ਨਹੀਂ ਕਹਿੰਦੇ ਜਦੋਂ ਗੱਲ ਚੱਲੂਗੀ ਆਖਣਗੇ ਪੈਸੇ ਤਾਂ ਬਹੁਤ ਆ ਸਾਡੇ ਕੋਲੇ, ਕਦੋਂ ਗੱਲ ਕਰ ਲੈ ਆਖਣਗੇ ਪੈਸੇ ਤਾਂ ਵਾਧੂ ਆ ਸਾਡੇ ਕੋਲੇ। ਵਾਧੂ ਪੈਸੇ ਹੈਗੇ, ਆਉਂਦੇ ਹੈ ਨਹੀਂ। ਕਿਤੇ ਸੜਕਾਂ ਟੁੱਟੀਆਂ ਪਈਆਂ, ਬੁਰਾ ਹਾਲ ਆ, ਨਾ ਕਿਤੇ ਪਿੰਡ 'ਚ ਲੱਗਦੀ ਆ, ਨਾ ਕਿਤੇ ਸ਼ਹਿਰ 'ਚ ਲੱਗਦੀ ਆ, ਹਾਹਾਕਾਰ ਮੱਚੀ ਪਈ ਆ। ਰੈਵਨਿਊ ਜਨਰੇਟ ਕਰਨ ਦਾ ਜਿਹੜਾ ਇੱਕ ਬਣਾਇਆ ਇਹਨਾਂ ਨੇ, ਮੈਂ ਦੱਸਣਾ ਚਾਹੁੰਦਾ ਸੀਗਾ ਵੀ ਬਠਿੰਡੇ ਸ਼ਹਿਰ ਦੇ ਵਿੱਚ ਕਸੀਨੋ ਚੱਲ ਰਿਹਾ ਅਮਰੀਕ ਸਿੰਘ ਰੋਡ ਦੇ ਉੱਤੇ, ਤਰੱਕੀ ਆ ਫਿਰ ਤਾਂ ਅਗਨੀ ਬਠਿੰਡੇ ਢਾਬੇ ਦੇ ਕੋਲੇ। ਨਹੀਂ, ਜਾਂ ਕੈਨੇਡਾ ਚੱਲਦੇ ਆ ਜਾਂ ਬਠਿੰਡੇ ਚੱਲਦੇ ਕਸੀਨੋ ਚੱਲ ਰਿਹਾ ਹੈ, ਟਿਕਟ ਦੇ ਉੱਤੇ ਜੂਆ ਖੜਾਇਆ ਜਾ ਰਿਹਾ ਹੈ। 5 ਮਸਾਜ ਸੈਂਟਰ ਬਠਿੰਡੇ ਦੇ ਵਿੱਚ ਖੁੱਲ੍ਹੇ ਹੈ ਜਿੱਥੇ ਇਨਲੀਗਲ ਕੰਮ ਹੋ ਰਿਹਾ ਹੈ। ਇਹ ਤਾਂ ਚੰਡੀਗੜ੍ਹ 'ਚ ਵੀ ਹੈ ਨਹੀਂ ਕੰਮ। ਤੁਸੀਂ ਵਕਫ ਬੋਰਡ ਦੀ ਥਾਂ 'ਚ ਪੀਰਖਾਨੇ ਦੇ ਸਾਹਮਣੇ 4 ਮੰਜ਼ਲੀ ਬਿਲਡਿੰਗ ਬਣੀ ਜਾ ਰਹੀ ਹੈ। ਕੋਈ CLU ਨਹੀਂ, ਕੋਈ ਨਕਸ਼ਾ ਪਾਸ ਨਹੀਂ, ਕਿਸੇ ਚੀਜ਼ ਨੂੰ ਕੋਈ ਪੁੱਛਣ ਵਾਲਾ ਨਹੀਂ। ਜਿੱਥੇ ਜੋ ਕੋਲ ਗ੍ਰੀਨ ਕਾਰਡ ਲਿਆਇਆ ਤੇ ਜਿੱਥੇ ਮਰਜ਼ੀ ਬਿਲਡਿੰਗ ਬਣਾ ਲਓ। ਤੇ ਜੇ ਕਿਸੇ ਛੋਟੇ ਜਿਹੇ ਬੰਦੇ ਨੇ ਕਮਰਾ ਪਾਉਣਾ, ਉੱਥੇ ਜਾ ਕੇ ਕਿਤੇ ਮਾੜਾ ਮੋਟਾ ਢਾ ਗਿਆ, ਤੇ ਜਿਹਨੇ ਪੈਸੇ ਨਹੀਂ ਦਿੱਤੇ ਇਹ ਮੁੜ ਕੇ ਮਾਰ ਉਹਦੇ ਗੇੜੇ, ਉਹਦਾ ਜਿਹੜਾ ਹੈਗਾ ਜੀਣਾ ਹਰਾਮ ਕਰ ਦਿੰਦੇ ਆ। ਇਹ ਜਿਹਾ ਬੁਰਾ ਹਾਲ। ਸਰੂਪ ਜੀ ਨੇ ਜਿਹੜੀ ਗੱਲ ਕੀਤੀ, ਮੈਂ ਵੇਖੋ ਉਹੀ ਗੱਲ ਮੈਂ ਤੁਹਾਨੂੰ ਕਹੀ ਹੈ। ਆ ਜਿਹੜੇ 1700 1750 ਏਕੜ ਜ਼ਮੀਨ ਵੀ ਹੈ ਨਾ ਥਰਮਲ ਦੀ, ਇਹ ਇਹਨਾਂ ਨੇ ਐਂ ਲੁੱਟਣੀ ਹੈ। ਸੌਦੇ ਆਲਰੇਡੀ ਹੋਣ ਲੱਗ ਗਏ ਹੈ ਵੱਡੀਆਂ ਫਰਮਾਂ ਨਾਲ, ਵੀ ਤੈਨੂੰ 50 ਕਿੱਲੇ ਦੇ ਦਿਆਂਗੇ, ਤੈਨੂੰ 20 ਦੇ ਦਿਆਂਗੇ, ਤੈਨੂੰ 100 ਦੇ ਦਿਆਂਗੇ। ਇਹ ਸਭ ਲੁੱਟ ਖਸੁੱਟ ਜਿਹੜੀ ਇੱਕ ਤੁਸੀਂ ਕੀ ਸੋਚਦੇ ਹੋ ਕਿ ਇਹ ਜੋ ਕੱਲਾ ਕਰ ਲੈਂਦਾ? ਇਹ ਤਾਂ ਹੀ ਜਾਂਦੇ ਆ। ਜੇ ਜੋ ਦੇ ਰਿਸ਼ਤੇਦਾਰ ਸਾਹਿਬ ਦਾ ਇਸ਼ਾਰਾ ਨਾ ਹੋਵੇ ਤਾਂ ਜੋ ਇੱਥੇ ਕੀ ਚੀਜ਼ ਹੈ ਜੀ, ਕਿਵੇਂ ਲੈ ਜਾਵੇ ਪੈਸੇ? 1750 ਏਕੜ ਜ਼ਮੀਨ ਹੈ ਪ੍ਰਾਈਮ ਲੈਂਡ ਬਠਿੰਡੇ ਦੀ, ਇਹਨਾਂ ਨੇ ਐਂ ਲੁੱਟਣੀ ਹੈ। ਇਹ ਮੇਰੀ ਗੱਲ ਯਾਦ ਰੱਖਿਓ, ਇਹ ਤਕੜੇ ਹੋ ਕੇ ਲੜਾਈ ਲੜਨੀ ਪੈਣੀ ਹੈ। ਇਹ ਬਠਿੰਡੇ ਦੀ ਵਿਰਾਸਤ ਹੈ ਤੇ ਇਹਨੂੰ ਬਠਿੰਡੇ ਵਾਲਿਆਂ ਨੂੰ ਵੀ ਸਾਥ ਦੇਣਾ ਪੈਣਾ ਇਸ ਵਿਰਾਸਤ ਨੂੰ ਸਾਂਭਣ ਵਾਸਤੇ। ਮਲੂਕਾ ਸਾਹਿਬ ਜੀ, ਜਿਸ ਤਰ੍ਹਾਂ ਪੰਜਾਬ ਸਰਕਾਰ ਸਾਰੇ ਮੰਤਰੀ ਕਰੋਨਾ ਟੈਸਟ ਕਰਾ ਰਹੀ ਹੈ, ਬਾਹਰ ਨਿਕਲੇ ਸਰੇਲੇ ਉਹਨਾਂ ਨੇ ਕੀਤੀ ਹੈ, ਤੁਸੀਂ ਵੀ ਤੁਹਾਡੇ ਮੁਜ਼ਾਹਰੇ ਹੋਏ ਤੁਹਾਡੇ ਤੋਂ ਅਸੀਂ ਤਾਂ ਸਾਰੇ ਕਰਾ ਲੈਂਦੇ, ਜਦੋਂ ਕਹੋ ਉਦੋਂ ਕਰਾ ਲੈਂਦੇ, ਤੁਹਾਡੇ ਨਾਲ ਇਕੱਠੇ ਕਰਾ ਲੈਂਦੇ, ਆਪਾਂ ਚੱਲ ਕੇ ਨਿਬੇੜਦੇ ਆ ਕੰਮ। ਆਪਾਂ ਤਾਂ ਕੋਈ ਫਿਕਰ ਨਹੀਂ ਨਾ ਕਰੋਨਾ ਦਾ। ਨਹੀਂ ਵੈਸੇ ਜਿੰਨੇ ਛੇਤੀ ਲੋਕ ਕਰਾ ਲੈਣਗੇ ਚੰਗਾ ਹੀ ਹੈ, ਤਾਂ ਕਿ ਨਾ ਤਾਂ ਆਪਦੀ ਸ਼ੰਕਾ ਜੀ ਨਿਕਲ ਜਾਂਦੀ ਹੈ, ਨਾਲੇ ਜਿੰਨੇ ਲੋਕਾਂ ਦਾ ਵੱਧ ਹੋ ਜੇ ਫਿਰ ਪਤਾ ਲੱਗ ਜੇ। ਹੁਣ ਬਹੁਤ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਵਿੱਚ ਕਈਆਂ ਨੂੰ ਹੁੰਦਾ ਆਪੇ ਹਟ ਉੱਡ ਜਾਂਦਾ, ਕਈਆਂ ਨੂੰ ਕੋਈ 400 ਦਿਸਦੇ ਵੀ ਨਹੀਂ ਹੈਗੇ। ਸੋ ਸਾਰਿਆਂ ਨੂੰ ਕਰਾ ਲੈਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ ਹੈਗੀ। ਕਰੋਨਾ ਦੇ ਵਿੱਚ ਵੀ ਕਿਹੜੀ ਟੈਸਟਿੰਗ ਹੈ ਇਹਨਾਂ ਦੀ? ਜੇ ਕੋਈ ਆ ਜਾਂਦਾ ਤਾਂ ਉੱਥੇ ਟੈਸਟ ਵੈਸੇ ਕਰ ਲੈਂਦੇ ਆ, ਤਾਂ ਬੁਰਾ ਹਾਲ ਹੈ। ਸਰੂਪ ਜੀ ਨੇ ਗੱਲ ਵਿੱਚ ਆ ਗਈ, ਤੁਸੀਂ ਵੀ ਛੇੜਤੀ, ਚੰਗਾ ਹੋ ਗਿਆ। ਇੱਕ ਨਵੀਂ ਗੱਲ ਕੀਤੀ ਹੈ ਇਹਨਾਂ ਨੇ, ਕੱਲ ਆਇਆ ਗਾਈਡਲਾਈਨਾਂ ਜਾਰੀ ਕੀਤੀਆਂ ਕਿ ਜੇ ਕੋਈ ਕਰੋਨਾ ਦਾ ਬੰਦਾ ਬਿਮਾਰ ਹੋ ਜੂ, ਇੰਨੇ ਵੱਡੇ ਇਲਾਜ ਇਹ ਤਾਂ ਸੁਣੇ ਨਹੀਂ ਸੀ ਕਦੇ ਵੀ 8000 ਘੱਟੋ ਘੱਟ 8000 ਤੋਂ ਸ਼ਾਇਦ ਕਵਰਾ ਸ਼ੁਰੂ ਹੁੰਦਾ ਹੈ, 8,500 ਤੋਂ ਤੇ 18,000 ਤੱਕ ਜਾਂਦਾ ਹੈ। ਇਹ ਕਿਵੇਂ ਕਿ ਜੇ ਬੰਦੇ ਨੂੰ ਉੱਥੇ 15 ਦਿਨ ਰਹਿਣਾ ਪੈ ਗਿਆ, ਜਾਂ ਕੁਦਰਤੀ ਕਿਸੇ ਗਰੀਬ ਬੰਦੇ ਦੇ 4-5 ਜੀ ਸਾਰਿਆਂ ਨੂੰ ਹੋ ਗਿਆ ਕਰੋਨਾ, ਬਹੁਤਿਆਂ ਨੂੰ ਹੋ ਜਾਂਦਾ। ਮਿਨਿਸਟਰ ਬਾਜਵਾ ਉਹਦੇ ਟੱਬਰ ਸਾਰਿਆਂ ਨੂੰ ਹੋ ਗਿਆ, ਆਪਣੀ DC ਹੈਗੀ ਰੋਪੜ ਸੋਨਾਲੀ ਗਿਰੀ, ਉਹਦੇ ਘਰ ਵਾਲਾ ਡਾਇਰੈਕਟਰ ਆ, 6 ਜੀਆਂ ਨੂੰ ਹੋ ਗਿਆ। ਤੇ ਜੇ ਕਿਸੇ ਇੱਥੇ ਆਪਣੇ ਕਿਸੇ ਗਰੀਬ ਬੰਦਿਆਂ ਨੂੰ ਹੋਇਆ ਸਾਰੇ ਟੱਬਰ ਨੂੰ, ਤੇ ਫਿਰ ਤਾਂ 50,000 ਰੁਪਇਆ ਰੋਜ਼ ਦਾ ਤੇ ਕੌਣ ਦੇਊਗਾ, ਕਿਵੇਂ ਦੇਊਗਾ? ਤਾਂ ਨਵੀਂ ਗੱਲ ਪੜ੍ਹ ਲਈ, ਪੇਪਰ ਦੇ ਵਿੱਚ ਆ ਗਈ, ਮੈਂ TV ਤੇ ਵੀ ਤੜਕੇ ਵੇਖਿਆ। 18,000 ਕਰਕੇ ਘਟਾਤਾ ਪਰ ਪਰਸਨ ਹਾਂ। ਤੇ ਜੇ 5 ਜਾਣੇ ਆ ਤਾਂ ਲੱਖ ਨੂੰ ਗਏ ਨਾ ਰੋਜ਼। ਨਹੀਂ, ਇਹ ਇੰਨਾ ਰੇਟ ਕਾਹਦਾ ਬਣਦਾ ਉੱਥੇ? ਕਿਸ ਚੀਜ਼ ਦਾ ਬਣਦਾ ਵੀ 18,000? ਯਾਰ ਇੱਕ ਮਿੰਟ ਬ੍ਰਦਰ, ਇਲਾਜ ਕੋਈ ਨਹੀਂ। ਉੱਥੇ ਕਰੇਗਾ ਨਾ, ਐਸਪਰੀਨ ਦੀ ਗੋਲੀ ਦਿੰਦੇ, ਇੱਕ ਤੱਤੇ ਪਾਣੀ ਦਾ ਗਲਾਸ ਦਿੰਦੇ, ਲੱਖ ਰੁਪਇਆ ਰੋਜ਼ ਦਾ। ਹੋਰ ਕੁਝ ਵੀ ਨਹੀਂ ਇਲਾਜ ਉੱਥੇ, ਕੋਈ ਚੀਜ਼ ਦਾ ਇਲਾਜ ਨਹੀਂ। ਇਹ ਕੀ ਘਪਲਾ, ਕੀ ਦਾ ਕੌਣ ਕਰ ਰਿਹਾ?
ਇਹਦਾ ਮਤਲਬ ਹੋਟਲਾਂ ਨਾਲ ਮਿਲ ਕੇ ਉੱਥੇ ਪਾਉਣੇ ਆ ਨਾ ਬੰਦੇ, ਤਾਂ ਹੋਟਲਾਂ 'ਚ ਪਾਉਣੇ ਆ, ਆਪਦੇ ਕੋਲ ਨਹੀਂ ਰੱਖਣੇ। ਤੇ ਜਾਂ ਵੱਡੇ ਹਸਪਤਾਲ ਜਿਹੜੇ ਕਿ 5 ਸਟਾਰ ਵਰਗੇ ਉਹਨਾਂ ਦੇ ਕਮਰੇ ਬਣਾਏ ਹੋਏ ਆ, ਤੇ ਉਹ ਤਾਂ ਫਿਰ ਅਗਲਾ ਉਹ ਆਪ ਜੇ ਅਸੀਂ ਕਮਰਾ ਲੱਗੇ ਜੋ ਪ੍ਰਾਈਵੇਟ ਹਸਪਤਾਲ 'ਚ ਰਹਿਣਾ ਹੁੰਦਾ 5000 'ਚ ਦੇ ਦਿੰਦੇ ਆ, ਇਹਨਾਂ ਨੇ ਉਹਦਾ 18000 ਰੇਟ ਕਰਤਾ। ਐਸੇ ਉਹ ਤਾਂ ਆਮ ਦੇ ਦਿੰਦੇ 5000 'ਚ ਲੋਕਾਂ ਨੂੰ ਕਮਰਾ, 'ਚ ਉੱਥੇ ਕੋਈ ਬਿਮਾਰ ਹੁੰਦਾ ਮਰੀਜ਼ ਜਦੋਂ ਕੋਈ ਰੂਮ ਮੰਗਦਾ 5000 'ਚ ਆਮ ਹੀ ਮਿਲ ਜਾਂਦਾ, ਕੋਈ ਰੌਲਾ ਹੀ ਨਹੀਂ ਹੈਗਾ। ਕਰੋਨਾ ਦੇ ਮਰਨ ਵਾਲਾ ਆਪ ਆਉਂਗਾ। ਪਾਰਟੀ ਬਣਾ ਲਈ ਸ਼੍ਰੋਮਣੀ ਅਕਾਲੀ ਦਲ। ਯਾਰ ਕੋਈ ਪਾਰਟੀ ਹੋਵੇ ਤਾਂ ਨਾਂ ਲੈ ਦਿਓ, ਕੋਈ ਪਾਰਟੀ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਇਹ ਜਿਹਾ ਕੰਮ ਚੱਲਦਾ ਰਹਿੰਦਾ। ਕੋਈ ਆ ਗਿਆ, ਕੋਈ ਉੱਠ ਗਿਆ, ਵੱਡਾ ਕੰਮ ਹੈ, ਵੱਡੀ। ਦੇਖੋ ਕਾਂਗਰਸ 'ਚੋਂ 2 ਨਿਕਲ ਗਏ, 2 ਆ ਗਏ, ਸਾਡੇ 'ਚੋਂ ਨਿਕਲ ਗਏ 2 ਆ ਗਏ। ਪਾਰਟੀਆਂ 2 ਹੀ ਚੱਲਦੀਆਂ, 2 ਹੀ ਚੱਲਣਗੀਆਂ, ਤੀਜੀ ਨਾ ਜਿੱਤੇ ਚੱਲੀ ਹੈ ਪੰਜਾਬ 'ਚ। ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ। ਬਿਲਕੁਲ ਸਾਹਿਬ, ਢੀਂਡਸਾ ਸਾਹਿਬ ਕਹਿ ਰਹੇ 50% ਅਕਾਲੀ ਦੇ ਵਰਕਰ ਹੈ, ਕਾਰਜਕਰਤਾ ਸਾਡੇ ਨਾਲ ਆਉਣ ਨੂੰ ਤਿਆਰ ਹੈ, ਜਿਨ੍ਹਾਂ ਵਿੱਚੋਂ ਕੋਰ ਕਮੇਟੀ ਦੇ ਵੀ ਮੈਂਬਰ ਹੈ। ਦੇਖੋ ਮੈਂ ਇੱਥੇ ਕੁਝ ਵੀ ਕਹਿ ਦਿਆਂ, ਕਹਿਣ ਤੇ ਕੋਈ ਜ਼ੋਰ ਤਾਂ ਲੱਗਦਾ ਨਹੀਂ। ਢੀਂਡਸਾ ਸਾਹਿਬ ਨੂੰ ਪਤਾ ਹੋਏਗਾ ਵੀ ਕੌਣ ਆ ਰਿਹਾ, ਤੇ ਮੂਹਰੇ ਅੱਗੇ ਸਾਰਾ ਸਮਾਂ ਮੂਹਰੇ ਆਉਣਾ ਹੀ ਹੈ, ਪਤਾ ਲੱਗ ਜੂ ਕੌਣ ਜਾਂਦਾ। ਕੋਈ ਚੋਣ ਆ ਜੇ ਲੜਨ, ਵੈਸੇ ਤਾਂ ਹੁਣ ਚੋਣ ਕੋਈ ਮੈਨੂੰ ਲੱਗਦਾ ਆਉਣੀ ਨਹੀਂ, ਅਸੈਂਬਲੀ ਆਏਗੀ, ਉਦੋਂ ਪਹਿਲਾਂ ਕੋਈ ਆਉਣੀ ਹੀ ਨਹੀਂ। ਫਿਰ ਇਹਨੂੰ ਭਾਅ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਟਕਸਾਲੀ ਤੇ ਇਹ ਸਾਰੇ ਇਕੱਠੇ ਹੀ ਸੀ, ਟਕਸਾਲੀ ਵੀ ਵਿੱਚ ਹੀ, ਢੀਂਡਸਾ ਸਾਹਿਬ ਵੀ ਵਿੱਚ ਹੀ ਸੀ, ਹੋਰ ਜਿਹੜੇ ਨਿੱਕੇ ਫਿਰਦੇ ਆ ਸਰਕਾਰ ਦੇ ਬੰਦੇ ਜੇ ਛੱਡੇ ਵੇ, ਉਹ ਸਰਕਾਰ ਹੀ ਖੜੇ ਕਰਦੀ ਹੈ ਨਾ ਦਲਾਂ ਨੂੰ, ਸਾਰਿਆਂ ਨੂੰ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਖਾਤਰ। ਇਹ ਸਾਰਿਆਂ ਨੇ ਇਕੱਠੀ ਹੋ ਕੇ ਪਹਿਲਾਂ ਤਾਂ ਅਸੀਂ ਜੀ 6 ਸੀਟਾਂ ਲੜਾਂਗੇ, ਫਿਰ 5, ਫਿਰ 4, 1 ਤੇ ਆ ਗਏ। ਕੀ ਕੱਲੀ ਲੜੀ ਸੀ ਇਹਨਾਂ ਨੇ ਅਨੰਦਪੁਰ ਸਾਹਿਬ। ਬੰਦਾ ਵੀ ਇਹਨਾਂ ਦਾ ਬੁਲਾਰਾ ਬੜਾ ਟਾਪਦਾ ਸੀ, ਵੀਰ ਦਵਿੰਦਰ, ਜਿਹਨੇ ਕਿ 11-12 ਪਾਰਟੀਆਂ ਬਦਲਤੀਆਂ ਇਸ ਤੋਂ ਪਹਿਲਾਂ। ਉਹ ਬੰਦਾ ਚੋਣ ਲੜਾਇਆ ਸੀ ਇਹਨਾਂ ਨੇ। ਇੱਕ ਉਹਦੇ ਤੇ ਸਮਝੌਤਾ ਬੀਐਸਪੀ ਨੇ ਵੀ ਤੋੜਤਾ ਸੀ ਵੀ ਇਹ ਸਾਡਾ ਤਾਂ, ਇਹ ਤਾਂ ਬਾਹਲਾ ਤਕੜਾ ਕੈਂਡੀਡੇਟ ਆ, ਇੱਥੇ ਸਾਡਾ ਕੋਈ ਸਮਝੌਤਾ ਹੀ ਨਹੀਂ ਹੈਗਾ। ਤੇ ਵੋਟ ਪਤਾ ਕਿੰਨੀ ਪਈ ਸੀ? 9,009 ਹਲਕਿਆਂ 'ਚ। ਅੱਜ ਤੱਕ ਗਿਣੀ ਜਾਂਦੇ ਆ ਵੋਟਾਂ ਉਹਦੀਆਂ। ਜੇ ਬੰਬੀ ਖੜਾ ਹੋ ਜਾਣਾ 2000 ਯਾਦ ਨੂੰ ਵੀ ਪੈ ਜਾਂਦੀ ਹੈ। ਤੁਸੀਂ ਵੀ ਕਾਗਜ਼ ਭਰ ਕੇ ਆ ਜਾਓ ਨਾ, 2-2,500 ਤੁਹਾਨੂੰ ਵੀ ਪੈ ਜੂਗੀ। ਅੱਜ ਤੱਕ ਗਿਣੀ ਜਾਂਦੇ, ਗਿਣਤੀ ਨਹੀਂ ਮੁੱਕੀ ਅਜੇ ਉਹਦੀ। ਸਾਹਿਬ ਕਹਿੰਦੇ ਵੀ ਅਸੀਂ ਆਪਦੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਵੀ ਦਾਵਾ ਕਰਾਂਗੇ, ਦਫ਼ਤਰ ਤੇ ਵੀ ਕਰਾਂਗੇ। ਦੇਖੋ ਮੇਰੀ ਗੱਲ ਤਾਂ ਸੁਣੋ, ਜਿਵੇਂ ਹੁਣ ਉਹ ਰਾਜ ਸਭਾ ਮੈਂਬਰ ਹੈ ਜੀ ਤੇ ਪਰਮਿੰਦਰ ਐਮਐਲਏ ਹੈ, ਤੇ ਫਿਰ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਪਾਰਟੀ ਤੋਂ ਬਰਖਾਸਤ ਕਰਦੇ? ਉਹਨਾਂ ਦੀ ਨਹੀਂ ਅਸੀਂ ਸਸਪੈਂਡ ਤਾਂ ਕੀਤੇ ਹੋਏ ਆ, ਪਾਰਟੀ 'ਚ। ਮੈਂ ਦੱਸਦਾ ਤੁਹਾਨੂੰ ਕਾਨੂੰਨੀ ਪੋਜੀਸ਼ਨ ਕੀ ਹੈਗੇ। ਚਲੋ ਹੁਣ ਤੁਸੀਂ ਗੱਲ ਛੇੜ ਲਈ। ਦੇਖੋ ਡੈਲੀਗੇਟ ਇਜਲਾਸ ਆ, ਸਾਰੀ ਪਾਵਰ ਡੈਲੀਗੇਟ ਇਜਲਾਸ ਕੋਲੇ ਆ। 500 ਤੋਂ ਉੱਤੇ ਸਾਡਾ ਡੈਲੀਗੇਟ, ਸਾਰੀ ਪਾਵਰ ਉਹਨਾਂ ਕੋਲੇ। ਉਹ ਕਿਸੇ ਨੂੰ ਪ੍ਰਧਾਨ ਬਣਾ ਸਕਦੇ ਆ, ਹਟਾ ਸਕਦੇ ਆ, ਸਾਰੀਆਂ ਹੀ ਪਾਵਰਾਂ ਉਹਨਾਂ ਕੋਲੇ ਆ ਡੈਲੀਗੇਟ ਇਜਲਾਸ ਕੋਲੇ। ਬੁਲਾਉਣ ਜਿੱਦੇ ਮਰਜ਼ੀ, ਪਹਿਲਾਂ ਭਜਦਾ ਕਾਹਨੂੰ ਡੈਲੀਗੇਟ ਇਜਲਾਸ ਬੁਲਾਉਂਦਾ, ਆਪੇ ਪਤਾ ਲੱਗ ਜਾਂਦਾ ਕਿਸੇ। ਅੱਛਾ ਇੱਕ ਮਿੰਟ, ਉਹ ਖੈਰ ਕਰਦਾ ਵੱਧ ਅਧਿਕਾਰਾਂ ਦੀ ਗੱਲ ਵੀ ਇੱਥੇ ਜੀ ਸਾਡੀ ਸੁਣੀ ਦੀ ਨਹੀਂ ਸੀ। ਇੱਥੇ ਪਹਿਲੀ ਤਾਂ ਇਹ ਝੂਠ ਆ ਟੋਟਲੀ। ਮੈਂ ਤੁਹਾਡੇ ਕੋਲੇ, ਕਿਉਂਕਿ ਮੈਂ ਕੋਰ ਕਮੇਟੀ ਦਾ 15 ਸਾਲ ਤੋਂ ਤਾਂ ਮੈਂ ਵੀ ਮੈਂਬਰ ਹੈਗਾ। ਹਰ ਮੀਟਿੰਗ ਦੇ ਵਿੱਚ ਕੋਈ ਗੱਲ ਨਹੀਂ ਸੀ ਜਿਹੜੀ ਇਹਨਾਂ ਦੀ ਨਾ ਮੰਨੀ ਜਾਂਦੀ ਹੋਵੇ। ਲਾਸਟ ਮੀਟਿੰਗ ਜਿੱਦੇ ਹੋਈ ਹੈ ਬਾਦਲ, ਇਹ 3 ਜਣਿਆਂ ਨੇ ਆ ਕੇ ਇਹ ਗੱਲ ਕਹੀ ਸੀ ਜੀ ਆਪਣੀ ਪਾਰਟੀ ਹਾਰ ਗਈ ਤੇ ਹੁਣ ਪ੍ਰਧਾਨ ਬਾਲ ਸਾਹਿਬ ਤੁਸੀਂ ਬਣ ਜਾਓ। ਉਹ ਕਹਿੰਦੇ ਮੇਰੀ ਤਾਂ ਸਿਹਤ ਇਜਾਜ਼ਤ ਨਹੀਂ ਦਿੰਦੀ, ਮੈਂ ਤਾਂ ਬਣਨਾ ਨਹੀਂ, ਹੁਣ ਤੁਸੀਂ ਆਪਦਾ ਵੇਖ ਲਓ ਜਿਹਨੇ ਵੇਖਣਾ। ਫਿਰ ਕਹਿੰਦੇ ਕਿਸੇ ਨੇ ਬਣਨਾ ਨਹੀਂ ਬਣਨਾ ਜੀ, ਸੁਖਵੀਰ ਜੀ ਅਸਤੀਫਾ ਦੇ ਦੇਣ। ਹੁਣ ਉਹ ਵੇਖੋ ਆਪਣੀ 19 ਮੈਂਬਰਾਂ ਦੀ ਜਾਂ 20 ਮੈਂਬਰਾਂ ਦੀ ਕੋਰ ਕਮੇਟੀ ਇੱਕ ਜਥੇਬੰਦੀ ਆ ਆਪਣੀ, ਕਿਸੇ ਦੀ ਕਿਸਮ ਦੀ ਹੈਗੀ, ਕੋਈ ਸਿਸਟਮ ਤਾਂ ਬਣੇ ਹੋਏ ਆ ਨਾ। ਹੁਣ ਕੱਲ ਨੂੰ ਮੈਂ ਆਖ ਦੂੰ ਅਸਤੀਫਾ ਦੇ, ਪਰਸੋਂ ਨੂੰ ਇਹ ਆਖ ਦੂੰ ਅਸਤੀਫਾ ਦੇ, ਐ ਤਾਂ ਨਹੀਂ ਚੱਲਦਾ। ਬਹੁਤ ਸੰਮਤੀ ਮੈਜੋਰਟੀ ਚੱਲਦੀ ਹੈ, ਕਿਤੇ ਵੀ ਚੱਲੇ। ਅਸੀਂ ਆਖਿਆ ਵੀ ਮੈਜੋਰਟੀ 'ਚ ਵੋਟਿੰਗ ਕਰਾ ਲਓ। ਜੇ ਬਹੁਤ ਸੰਮਤੀ ਸੁਖਵੀਰ ਦੇ ਅਸਤੀਫੇ ਦੇ ਹੱਕ 'ਚ ਦੇ ਦੂਗਾ ਆਪੇ, ਜਦੋਂ ਆਪਾਂ ਬਹੁਤ ਸੰਮਤੀ ਨਾਲ। ਜੇ ਬਹੁਤ ਸੰਮਤੀ ਇਹਦੇ ਨਾਲ ਹੱਕ 'ਚ ਤੁਸੀਂ 3 ਹੀ ਹੈ, ਫਿਰ ਤੁਹਾਨੂੰ ਇਹ ਛੱਡ ਦੇਣੀ ਚਾਹੀਦੀ ਹੈ, ਮੰਗ ਨਹੀਂ ਕਰਨੀ ਚਾਹੀਦੀ। ਜਿੱਥੋਂ ਤੱਕ ਹੁਣ ਗੱਲ ਕਰਦੇ ਆ ਡੈਮੋਕ੍ਰੇਸੀ ਦੀ, ਢੀਂਡਸਾ ਮੇਰੀ ਬੇਨਤੀ ਹੈ ਤੁਹਾਨੂੰ, ਸੰਗਰੂਰ ਬਰਨਾਲੇ 'ਚ ਕਿਸੇ ਦਿਨ ਗਏ ਲੰਘਦੇ ਟੱਪਦੇ, 8 ਹਲਕਾ ਇੰਚਾਰਜ ਤਾਂ ਸਾਡੇ ਨਾਲ ਹੀ ਆ ਗਏ ਨਾ, ਕੋਈ ਨਹੀਂ ਗਿਆ ਉਹਨਾਂ ਨਾਲ। ਸਰਕਲ ਜਹੇਦਾਰ ਸਾਰੇ ਸਾਡੇ ਨਾਲ ਆ ਗਏ, ਮੈਂਬਰ ਐਸਜੀਪੀਸੀ ਇੱਕ ਅੱਧੇ ਨੂੰ ਛੱਡ ਕੇ ਆ ਗਏ। ਤੁਸੀਂ ਉੱਥੋਂ ਦੇ ਹਲਕਾ ਇੰਚਾਰਜਾਂ ਨੂੰ ਪੁੱਛ ਕੇ ਵੇਖੋ, ਉਹਨਾਂ ਨੂੰ ਥਾਣੇਦਾਰ ਆਪਦੇ ਹਲਕੇ 'ਚ ਲਵਾਉਣ ਦੀ ਇਜਾਜ਼ਤ ਨਹੀਂ ਸੀ। ਆਪਦੇ ਹਲਕੇ ਥਾਣੇਦਾਰ ਵੀ ਢੀਂਡਸਾ ਲਾਉਂਦਾ ਸੀ। ਤੇ ਫਿਰ ਕਿਹੜੇ ਅਧਿਕਾਰਾਂ ਦੀ ਗੱਲ ਕਰਦੇ ਆ ਢੀਂਡਸੇ ਸਾਹਿਬ ਵੀ ਉੱਥੇ ਡੈਮੋਕ੍ਰੇਸੀ ਨਹੀਂ ਸੀ? ਤੂੰ ਸੰਗਰੂਰ ਜ਼ਿਲ੍ਹੇ 'ਚ ਕਿਸੇ ਨੂੰ ਥਾਣੇਦਾਰ ਨਹੀਂ ਸੀ ਲਾਉਣ ਦਿੰਦਾ, ਤੇ ਤੂੰ ਡੈਮੋਕ੍ਰੇਸੀ ਦੀਆਂ ਗੱਲਾਂ ਕਰਦਾ। ਕੋਈ ਕੰਮ ਨਹੀਂ ਸੀ ਹੋ ਸਕਦਾ ਕਿਸੇ ਦਾ ਵੀ। ਸੋ ਬਿਲਕੁਲ ਮੈਂ ਮੰਨਦਾ ਜੇ ਉਹਨਾਂ ਨੂੰ ਕੋਈ ਗਿਲਾ ਸੀ ਕਿਸੇ ਗੱਲ ਦੇ ਉੱਤੇ, ਜਾਂ ਬਰਮਪੁਰੇ ਸਾਹਿਬ ਦੇ ਅੱਜ ਮੈਂ ਚੰਗੇ ਨਹੀਂ ਲੱਗਦੇ ਸੀ ਬਿਆਨਬਾਜ਼ੀ, ਹੁਣ ਇਹਨਾਂ ਦੇ ਖਿਲਾਫ ਕਰੀਏ, ਨਿਬੜਿਆ ਕੰਮ। ਜੇ ਇਹਨਾਂ ਨੂੰ ਗਿਲਾ ਸੀ, ਇਹ 12 ਤੋਂ 17 ਵਾਲੀ ਸਰਕਾਰ ਤੇ ਹੀ ਲਾਉਂਦੇ ਆ ਨਾ ਗੱਲਬਾਤ ਸਾਰੀ, ਵੀ ਇੱਥੇ ਆ ਹੋਇਆ 12 ਦੀ ਤੇ 17 ਦੀ ਸਰਕਾਰ ਤੇ ਜੇ ਦੋਨਾਂ ਨੂੰ ਗਿਲਾ ਸੀ, ਫਿਰ ਇਹ ਮਰਦ ਬਣਦੇ ਉਦੋਂ ਅਸਤੀਫਾ ਦਿੰਦੇ ਚੱਲਦੀ ਸਰਕਾਰ 'ਚ। ਢੀਂਡਸਾ ਸਾਹਿਬ ਰਾਜ ਸਭਾ ਤੋਂ ਦਿੰਦੇ, ਪਰਮਿੰਦਰ ਖਜ਼ਾਨਾ ਮੰਤਰੀ ਤੋਂ ਦਿੰਦੇ, ਫਿਰ ਬਣਦੀ ਸੀ ਗੱਲ। ਉਦੋਂ ਬਾਅਦ ਤਾਂ ਟਿਕਟਾਂ ਦੇ ਜਮਾਈ ਵਾਸਤੇ ਵੀ ਲਈ ਮਹਾਲੀ ਤੋਂ ਢੀਂਡਸਾ ਸਾਹਿਬ ਨੇ।
ਇਹ ਫਿਰ ਚੰਗੀਆਂ ਗੱਲਾਂ ਤਾਂ ਹੈ ਨਹੀਂ। ਬਰਮਪੁਰਾ ਸਾਹਿਬ ਨੇ ਜੋ ਹੁਣ ਗੁਰੂ ਗ੍ਰੰਥ ਸਾਹਿਬ ਦਾ ਫਿਕਰ ਹੋ ਗਿਆ, ਤੇ 8 ਮਹੀਨੇ ਪਹਿਲਾਂ ਤਾਂ ਚੋਣ ਲੜੀ ਖਡੂਰ ਸਾਹਿਬ ਤੋਂ, ਆਪਦੇ ਭਾਣਜੇ ਨੂੰ ਚੋਣ ਰਲਾਈ ਉੱਥੋਂ, ਤੇ ਉਦੋਂ ਨਹੀਂ ਦੱਸਿਆ ਗੁਰੂ ਗ੍ਰੰਥ ਸਾਹਿਬ। ਇਹ ਨਹੀਂ, ਇਹ ਗੱਲਾਂ ਗਲਤ ਨੇ। ਇਹੋ ਜਿਹੀਆਂ ਗੱਲਾਂ ਏਡੇ ਏਡੇ ਵੱਡੇ ਲੀਡਰਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਕਰਦੇ ਆ ਮਰਦ ਬਣਦੇ ਫਿਰ ਜੇ ਨੁਕਸ ਕੱਢਦੇ ਆ 2012 ਤੋਂ 17 ਵਾਲੀ ਸਰਕਾਰ 'ਚ, ਉਦੋਂ ਅਸਤੀਫਾ ਦੇ ਕੇ ਵਿਹਲੇ ਹੁੰਦੇ, ਉਦੋਂ ਪਾਸੇ ਹੁੰਦੇ, ਫਿਰ ਲੋਕ ਵੀ ਚੰਗਾ ਕਹਿੰਦੇ। ਹੁਣ ਮਲਾਈ ਛੱਕ ਕੇ ਸਾਰਾ ਕੁਝ ਹੁਣ ਦੱਸਿਆ ਵੀ ਹਲੇ 5 ਸਾਲ ਕੁਛ ਹੈ ਨਹੀਂ। ਹੁਣ ਉਹ ਕਾਂਗਰਸ ਦੇ ਉਧਰੋਂ ਆਪਦਾ ਚਲਾ ਛੱਡਿਆ ਤੋਰੀ ਫੁਲਕਾ, ਹੋਰ ਤਾਂ ਗਲਤ ਤਾਂ ਕੁਛ ਨਹੀਂ। ਸਾਹਿਬ ਰਾਸ਼ਨ ਜਮਾਖੋਰੀ ਦੇ ਕਾਫੀ ਮਾਮਲੇ ਆ ਰਹੇ ਨੇ, ਪਹਿਲਾਂ ਆਇਆ ਫਿਰ ਕੱਲ ਰਾਤ ਨੂੰ ਜਲੰਧਰ ਚ ਆਇਆ, ਕਾਂਗਰਸੀ ਵਿਧਾਇਕ ਜਵਾਬ ਨਹੀਂ ਦਿੰਦੇ, ਭੱਜਦੇ ਨੇ। ਤੁਸੀਂ ਸਾਡੇ ਪਿੰਡ ਚੱਲ ਵੜੋ, ਮੈਂ ਫੜਾ ਦਿੰਦਾ। ਚਲੋ ਕਾਂਗਰਸੀ ਦੇ ਘਰੇ ਪਿਆ। ਮੈਂ ਚੈਲੰਜ ਕੀਤਾ ਆਸ਼ੂ ਨੂੰ ਟੀਵੀ ਦੇ ਉੱਤੇ, ਤੁਹਾਡੇ ਦੇ ਉੱਤੇ 18 ਸ਼ਾਇਦ 18 ਤੇ ਸੀਗਾ ਉਦੋਂ। ਮੈਂ ਚੈਲੰਜ ਕੀਤਾ ਉਹਨੂੰ, ਮੈਂ ਕਿਹਾ ਆਸ਼ੂ ਜੀ ਮੈਂ ਤੁਹਾਡਾ ਸਤਿਕਾਰ ਕਰਦਾ, ਮੈਂ ਤੁਹਾਡੀ ਨੀਅਤ ਤੇ ਸ਼ੱਕ ਨਹੀਂ ਕਰਦਾ। ਮੈਂ ਇਹੀ ਲਫ਼ਜ਼ ਵਰਤੇ ਸੀਗੇ। ਮੈਂ ਅੱਜ ਵੀ ਕਹਿਣਾ ਕਿ ਮੈਂ ਕਿਹਾ ਤੁਸੀਂ ਸਾਰਾ ਛੱਡੋ ਯਾਰ, ਮੇਰੇ ਪਿੰਡ ਦਾ ਚੈੱਕ ਕਰਾ ਦਿਓ। ਤੁਸੀਂ ਵੀ ਆ ਜਾਓ, ਮੈਂ ਵੀ ਹੋਊਂਗਾ, ਮਹਿਮਾਨ ਨਵਾਜ਼ੀ ਤੁਹਾਡੀ ਪੂਰੀ ਕਰਾਂਗੇ। ਮੇਰੇ ਪਿੰਡ ਦਾ ਚੈੱਕ ਕਰਾ ਦਿਓ। ਜੇ ਮੇਰੇ ਪਿੰਡ 'ਚ ਵੰਡਿਆ ਗਿਆ ਹੋਇਆ, ਮੈਂ ਕਹਿ ਦੂੰ ਸਾਰੇ ਪੰਜਾਬ 'ਚ ਠੀਕ ਵੰਡਿਆ ਗਿਆ। ਯਾਰ ਜੇ ਮੇਰੇ ਪਿੰਡ 'ਚ ਨਹੀਂ ਠੀਕ ਵੰਡਿਆ ਗਿਆ, ਜਿੱਥੇ ਮੈਂ ਬੈਠਾ ਹਾਂ, ਤੇ ਤੁਸੀਂ ਹਿਸਾਬ ਲਾ ਲਓ ਫਿਰ ਬਾਕੀਆਂ ਦਾ ਕੀ ਹਾਲ ਹੈ। ਮੈਂ ਕਿਹਾ ਤੁਹਾਡਾ ਵਜ਼ੀਰ ਆਇਆ ਸੀ, ਬੰਦੇ ਉੱਥੇ ਸੀ 40 ਸਾਰੇ, ਫੋਟੋਆਂ ਵਿਖਾ ਦੇਣਾ ਮੈਂ ਤੁਹਾਨੂੰ ਭੇਜ, ਜਿਹੜੇ ਉਹਦੇ ਮੂਹਰੇ ਬੈਠੇ ਸੀ ਫੋਟੋ ਦੇ ਦੇਣਾ, ਮੇਰੇ ਕੋਲ ਹੈਗੀਆਂ ਅੱਜ ਵੀ, ਹੁਣ ਵੀ ਹੈਗੀਆਂ। ਤੇ ਮੈਂ ਕਿਹਾ 25 ਬੰਦਿਆਂ ਨੂੰ ਰਾਸ਼ਨ ਵੰਡਿਆ, 15 ਕੁ ਵਰਕਰ ਸੀਗੇ ਉਹਨਾਂ ਦੇ, ਜਿਹੜੇ 3-4 ਤਾਂ ਨਾਲ ਆਏ ਸੀ, 4-5 ਸਾਡੇ ਪਿੰਡ ਦੇ ਸੀ। 25 ਬੰਦਿਆਂ ਨੂੰ ਰਾਸ਼ਨ ਦਿੱਤਾ ਉੱਥੇ, ਅਖਬਾਰ 'ਚ ਛਪੀ ਹੈ, ਕੱਢ ਲਓ ਤੁਹਾਡੇ ਖਬਰ, 1000 ਬੰਦੇ ਨੂੰ ਰਾਸ਼ਨ ਵੰਡਿਆ ਉੱਥੇ। ਫਿਰ ਕਿੱਧਰ ਗਿਆ 975 ਬੰਦਿਆਂ ਦਾ? ਵੰਡਿਆ ਤਾਂ 25 ਨੂੰ ਉੱਥੇ, 975 ਦਾ ਕਿੱਥੇ ਗਿਆ? ਫਿਰ 2 ਨੰਬਰ 'ਚ ਹੀ ਗਿਆ ਨਾ ਸਾਰਾ। ਫਿਰ ਸਾਰਿਆਂ ਦੇ ਘਰੇ ਪਿਆ ਇੱਥੇ। ਸੋ ਇਹ ਤਾਂ ਮੈਂ ਅੱਜ ਫੜਾ ਦਿੰਦਾ ਕਾਂਗਰਸ ਦੇ ਘਰੇ, ਸਾਡੇ ਸਾਰੇ ਘਰਾਂ ਦੇ ਵਿੱਚ ਜਮ੍ਹਾਂ ਕਰੀ ਬੈਠੇ। ਜਗਸੀਰ ਸਿੰਘ ਨਾਂ ਦਾ ਬੰਦਾ ਉਹਦੇ ਘਰੇ ਲਾਉਂਦੇ ਆ, ਜਾ ਕੇ ਉੱਥੇ ਚੁਕਾਈ ਜਾਂਦੇ ਜਿਹਨੂੰ ਜੀ ਕਰਦਾ ਕਦੇ। ਲੂਕਾ ਸਾਹਿਬ ਇੱਕ ਨਾ ਹੋਰ ਅੱਜ ਕੱਲ੍ਹ ਬੜਾ ਵਰਤਿੰਗ ਇਸ਼ੂ ਹੈ ਜੀ, ਆਪਾਂ ਉਹਦੀ ਗੱਲ ਵੀ ਜਿਹੜੀ ਜਿਹੜੀ ਇੱਕ ਡੇਰੇ ਸਿਲਸਿਲਾ ਮਾਮਲਾ ਉੱਠਦਾ ਬਾਰ-ਬਾਰ, ਉਹਦੇ ਵਿੱਚ ਹੁਣ ਪਿਛਲੇ 3-4 ਦਿਨਾਂ ਤੋਂ ਕਾਂਗਰਸ ਵਾਲਿਆਂ ਨੇ ਵੀ ਕਾਫੀ ਜ਼ੋਰ ਨਾਲ ਮੰਗ ਉਠਾਈ ਹੈ। ਤੇ ਜਿਹੜੇ ਡੇਰੇ ਵਾਲੇ ਹੈਗੇ ਵਰਕਰ, ਉਹਨਾਂ ਨੇ ਵੀ ਤੁਹਾਡੇ ਪਾਰਟੀ ਪ੍ਰਧਾਨ ਤੇ ਐਲੀਗੇਸ਼ਨ ਲੈ ਕੇ ਜਿਹੜੀ ਪੁਸ਼ਾਕ ਸੀ ਉਹਨਾਂ ਨੇ ਭੇਜੀ ਸੀ ਇੱਕ ਸਾਜ਼ਿਸ਼ ਤਹਿਤ, ਤੇ ਉਹਨਾਂ ਨੇ ਜਾਖੜ ਸਾਹਿਬ ਦਾ ਬਿਆਨ ਆਇਆ ਕਿ 500 ਛੇਕਿਆ ਜਾਵੇ। ਯਾਰ ਜਾਖੜ ਤਾਂ ਹੋਇਆ ਫਿਰਦਾ ਮੈਂਟਲੀ ਅਪਸੈਟ, ਉਹਦੀ ਤਾਂ ਗੱਲ ਆਪਾਂ ਨਹੀਂ ਕਰਦੇ ਕੋਈ। ਜਾਖੜ ਦੀ ਗੱਲ ਕੀ ਬੋਲਦਾ ਕੀ ਨਹੀਂ, ਉਹ ਤਾਂ ਰੋਜ਼ ਹੀ ਜਿਵੇਂ ਕਮਲੇ ਜਿਹੇ ਬੰਦੇ ਬੋਲਦੇ ਹੁੰਦੇ ਨਾ, ਕਿਉਂਕਿ ਹਾਰ ਗਿਆ 2 ਵਾਰੀ, ਪਹਿਲਾਂ ਅਸੈਂਬਲੀ ਹਾਰ ਗਿਆ, ਉਹਨੇ ਡਿਊਟੀ ਸੀਐਮ ਬਣਨਾ ਸੀ, ਫਿਰ ਲੋਕ ਸਭਾ ਹਾਰ ਗਿਆ ਬੁਰੀ ਤਰ੍ਹਾਂ। ਉਹਦਾ ਤਾਂ ਛੱਡੀਏ, ਜਿਹੜੀ ਤੁਹਾਡੀ ਗੱਲ ਆ ਵੇਖੋ, ਜਿਹਦੀ ਉਹ ਜਨਾਨੀ ਦਾ ਨਾਂ ਲੈਂਦੇ ਆ, ਉਹ ਤਾਂ ਡੇਰੇ ਵਾਲਿਆਂ ਨੇ ਕਹਿਤਾ ਸਾਡੀ ਤੇ ਹੈ ਹੀ ਨਹੀਂ, ਇਹ ਤਾਂ ਐਵੇਂ ਫਿਰਦੀ ਹੈ, ਸਾਡੀ ਤੇ ਹੈ ਹੀ ਨਹੀਂ। 1 ਪੁਆਇੰਟ ਫਿਰ ਉਹ ਜਨਾਨੀ ਨੇ ਟੀਵੀ ਤੇ ਕਿਹਾ ਸੀ, ਮੈਂ ਸੁਣਿਆ ਖੁਦ, ਕਿ ਮੈਂ ਨਹੀਂ ਕਹਿੰਦੀ। ਉਹਨੇ ਬਾਰ-ਬਾਰ ਕਿਹਾ ਕਿ ਮੈਂ ਨਹੀਂ ਕਹਿੰਦੀ ਇਹ ਗੱਲ, ਉਹਨੇ ਬਾਰ-ਬਾਰ ਇਹ ਗੱਲ ਦੁਹਰਾਈ ਹੈ। ਸ਼ਸ਼ੀਕਾਂਤ ਜਿਹੜਾ ADGP ਉਹ ਕਹਿੰਦਾ, ਫਿਰ ADG ਨੂੰ ਉੱਥੇ ਦੇ ਉਸੇ ਵੇਲੇ ਲਿਆ, ਆਪਣਾ ਵਿਜੇਪਾਲ ਲਿਆ ਉਹਨੂੰ, ਸ਼ਸ਼ੀਕਾਂਤ ਨੇ ਜਿਹੜਾ ਕਿਹਾ ਤੁਸੀਂ ਸੁਣੀ ਲਿਆ ਵੀ ਬਿਲਕੁਲ ਝੂਠ ਕਹਿੰਦੀ ਹੈ ਇਹ, ਮੈਂ ਤਾਂ ਕਦੇ ਕਿਹਾ ਹੀ ਨਹੀਂ, ਇਹ ਤਾਂ ਬਿਲਕੁਲ ਹੀ ਝੂਠ ਕਹਿੰਦੀ ਹੈ, ਟੋਟਲੀ ਝੂਠ ਕਹਿੰਦੀ ਹੈ। ਉਹ ਸਾਰੀ ਗੱਲ ਉਹਨੇ ਕਲੀਅਰ ਕੀਤੀ। ਉਹਨੇ ਤਾਂ ਇੱਥੋਂ ਵੀ ਅੱਗੇ ਵੀ ਜਾ ਕੇ ਕਹਿਤਾ ਕਿ ਮੇਰੇ ਮਤਭੇਦ ਹੈ ਬਾਦਲ ਪਰਿਵਾਰ ਨਾਲ, ਸ਼ਸ਼ੀਕਾਂਤ ਨੇ, ਪਰ ਇਹੋ ਜਿਹਾ ਕੰਮ ਬਾਦਲ ਪਰਿਵਾਰ ਨਹੀਂ ਕਰ ਸਕਦਾ, ਇਹ ਬਿਲਕੁਲ ਝੂਠ ਹੈ ਟੋਟਲੀ ਸਾਰੀ ਗੱਲ। ਨਹੀਂ, ਉਹਦੇ ਤੇ ਅਸੀਂ ਉਹਨੂੰ ਨੋਟਿਸ ਦੇ ਕੇ ਵੀਰਪਾਲ ਤੇ ਅਸੀਂ ਕੇਸ ਕਰ ਰਹੇ ਹਾਂ, ਡਿਫੇਮੇਸ਼ਨ ਜਿਹੜੇ ਚੈਨਲ ਤੇ ਆ ਉਹਦੇ ਤੇ ਵੀ। ਹਾਂ, ਅੱਛਾ ਜੀ, ਥੈਂਕ ਯੂ।